ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੋ ਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮੁੰਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਉਮੈ ਕਰਦਿਆਂ ਜਨਮ ਗਵਾਇਆ, ਆਗੈ ਮੋਹ ਨ ਚੁਕੈ ਮਾਇਆ। ਅੱਗੈ ਜਮ ਕਾਲ ਲੇਖਾ ਲੇਵੈ, ਜਿਉ ਤਿਲ ਘਾਣੀ ਪੀੜਾਏਂਦਾ। ਹਉਮੈ ਕਰਦਿਆਂ ਜਨਮ ਗਵਾਇਆ, ਆਗੈ ਮੋਹ ਨ ਚੁਕੈ ਮਾਇਆ। ਅੱਗੈ ਜਮ ਕਾਲ ਲੇਖਾ ਲੇਵੈ, ਜਿਉ ਤਿਲ ਘਾਣੀ ਪੀੜਾਏਂਦਾ। ਪੂਰੈ ਭਾਗ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੇ ਕੋਈ। ਜਮ ਕਾਲ ਤਿਸ ਨੇੜ ਨ ਆਵੈ, ਮਹਿਲ ਸੱਚਾ ਸੁਖ ਪਾਏਂਦਾ। ਤਿਨ ਸੁਖ ਪਾਇਆ ਜੋ ਤੁਧ ਭਾਏ, ਪੂਰੈ ਭਾਗ ਗੁਰ ਸੇਵਾ ਲਾਏ।
ਤੇਰੇ ਹੱਥ ਹੈ ਸਭ ਵਡਿਆਈ, ਜਿਸ ਦੇਵ ਹੈ ਸੋ ਪਾਏਂਦਾ। ਅੰਦਰ ਪਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ। ਗਿਆਨ ਰਤਨ ਸਦਾ ਘਟ ਚਾਨਣ, ਅਗਿਆਨ ਅੰਧੇਰ ਗਵਾਏਂਦਾ। ਅੰਦਰ ਪਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ। ਗਿਆਨ ਰਤਨ ਸਦਾ ਘਟ ਚਾਨਣ, ਅਗਿਆਨ ਅੰਧੇਰ ਗਵਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਕੱਲ ਤੱਕ ਦੀ ਵਿਚਾਰ ਵਿੱਚ ਆਪ ਜੀ ਨੇ 8 ਬੰਦਾਂ ਤੱਕ ਵਿਚਾਰ ਸ਼ਰਵਣ ਕੀਤੀ ਸੀ। 1063 ਅੱਗ ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। 9ਵੇਂ ਬੰਦ ਦੁਆਰਾ ਸਤਿਗੁਰੂ ਜੀ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਗੁਰੂ ਸਵਾਰਿਓ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਉ ਮੈਂ ਕਰਦਿਆਂ ਜਨਮ ਗਵਾਇਆ, ਆਗੈ ਮੋਹ ਨ ਚੁਕੈ ਮਾਇਆ। ਧੰਨ ਧੰਨ ਸਾਹਿਬ
ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਜੀਵ ਨੇ ਆਪਣਾ ਮਨੁੱਖਾ ਜਨਮ, ਜਿਹੜਾ ਜੀਵ ਨੂੰ ਬੜਾ ਕੀਮਤੀ ਪ੍ਰਾਪਤ ਹੋਇਆ ਹੈ, ਇਸ ਮਨੁੱਖਾ ਜਨਮ ਨੂੰ ਐਵੇਂ ਹੀ ਅਜਾਈਂ ਗਵਾ ਦਿੱਤਾ। ਅਤੇ ਸਤਿਗੁਰੂ ਜੀ ਅਜਾਈਂ ਮਨੁੱਖਾ ਜਨਮ ਜੀਵ ਨੇ ਕਿਵੇਂ ਗਵਾਣਾ ਕੀਤਾ ਹੈ? ਅਤੇ ਸਤਿਗੁਰੂ ਕਹਿੰਦੇ ਜਦੋਂ ਤੱਕ ਜੀਵ ਦੇ ਅੰਦਰ ਹਉਮੈ ਹੈ, ਹਉਮੈ ਕੀ ਹੈ? ਮੈਂ ਹਾਂ, ਮੈਂ ਹਾਂ। ਜਦੋਂ ਤੱਕ ਇਹ ਮੈਂ ਹੈ, ਉਦੋਂ ਤੱਕ ਜੀਵ ਦੀ ਪਰਮਾਤਮਾ ਨਾਲ ਜਿਹੜੀ ਵਿੱਥ ਹੈ ਇਹ ਦਿਨੋਂ ਦਿਨ ਵੱਧਦੀ ਜਾਂਦੀ ਹੈ। ਕਿਉਂਕਿ ਭਗਤ ਰਵਿਦਾਸ ਸਾਹਿਬਾਨ ਜੀ ਨੇ ਫੈਸਲਾ ਕਰ ਦਿੱਤਾ ਕਿ ਹੇ ਪਰਮਾਤਮਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਪਰਮੇਸ਼ਰ ਦੇ ਸਨਮੁਖ ਭਗਤ ਰਵਿਦਾਸ ਸਾਹਿਬਾਨ ਜੀ ਬਚਨ ਕਰਦੇ, ਕਹਿੰਦੇ ਪਰਮਾਤਮਾ ਜਦੋਂ ਤੱਕ ਸਾਡੇ ਅੰਦਰ ਹਮ ਹੋਤੇ, ਹੰਗਤਾ ਮਮਤਾ ਹੈ, ਮੈਂ ਪੁਣਾ ਹੈ, ਉਦੋਂ ਤੂੰ ਨਹੀਂ ਹੈ। ਜਦੋਂ ਹੁਣ ਮੈਂ ਪੁਣਾ ਮੁੱਕ ਗਿਆ, ਅਬ ਤੂੰ ਹੀ ਮੈਂ ਨਾਹੀਂ, ਫਿਰ ਹੁਣ ਤੂੰ ਹੀ ਹੈ, ਮੇਰੇ ਵਿੱਚ ਮੈਂ ਪੁਣਾ ਬਿਲਕੁਲ ਵੀ ਨਹੀਂ ਰਿਹਾ। ਹੁਣ ਜਦੋਂ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਜੀਵ ਦੇ ਅੰਦਰੋਂ ਮੇਰ ਤੇਰ ਖਤਮ ਹੋ ਜਾਂਦੀ ਹੈ, ਫਿਰ ਗੁਰਮੁਖਾਂ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਜਿਵੇਂ ਭਗਤ ਰਵਿਦਾਸ ਸਾਹਿਬਾਨ ਜੀ ਸ੍ਰੀ ਰਾਗ ਵਿੱਚ ਵਚਨ ਕਰਦੇ ਨੇ, ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਿ ਪਰਮਾਤਮਾ ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਤੇਰੇ ਵਿੱਚ ਅੰਤਰ ਕੈਸਾ। ਕੀ ਅੰਤਰ ਹੈ? ਕਹਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਦੋਂ ਪ੍ਰਭੂ ਦਾ ਪਿਆਰਾ ਉਸ ਮਾਲਕ ਨਾਲ ਇੱਕਮਿਕ ਹੋ ਗਿਆ, ਹੰਗਤਾ ਮਮਤਾ ਬਿਲਕੁਲ ਛੱਡ ਦਿੱਤੀ, ਫਿਰ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਜਿਵੇਂ ਸੋਨਾ ਹੈ ਅਤੇ ਸੋਨੇ ਦੇ ਗਹਿਣੇ ਨੇ। ਜਿਵੇਂ ਸੋਨੇ ਦੇ ਗਹਿਣੇ ਨੇ, ਛਾਪ ਹੈ, ਚੈਨੀ ਹੈ, ਵਾਲੀਆਂ ਨੇ, ਇਤਿਆਦਿਕ ਇਹ ਨਾਮ ਰੱਖੇ ਗਏ ਨੇ। ਹੈ ਤਾਂ ਉਹ ਸੋਨੇ ਦੇ ਗਹਿਣੇ ਨੇ, ਪਰ ਜਦੋਂ ਹੈ ਅਸਲ ਵਿੱਚ ਸੋਨਾ ਹੈ। ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਸਜੀਵ ਦੇ ਵਿੱਚ ਤੇ ਜੀਵ ਵਿੱਚ ਤੇ ਈਸ਼ ਵਿੱਚ ਇੰਨਾ ਕੁ ਫਰਕ ਹੈ। ਜਿਵੇਂ ਸੋਨਾ ਕਹਿ ਦਈਏ ਅਤੇ ਸੋਨੇ ਦੇ ਗਹਿਣੇ ਕਹਿ ਦਈਏ। ਜਿਵੇਂ ਜਲ ਵਿੱਚ ਤਰੰਗਾਂ ਪੈਦਾ ਹੁੰਦੀਆਂ ਨੇ ਸਮੁੰਦਰ ਦੇ ਵਿੱਚ, ਅਤੇ ਹਵਾ ਚੱਲਦੀ ਹੈ, ਤਰੰਗਾਂ ਪੈਦਾ ਹੁੰਦੀਆਂ ਨੇ। ਜਦੋਂ ਹਵਾ ਸ਼ਾਂਤ ਹੁੰਦੀ ਹੈ, ਫਿਰ ਉਹੀ ਤਰੰਗਾਂ ਸਮੁੰਦਰ ਜਾ ਕੇ ਸਮਾ ਜਾਂਦੀਆਂ ਨੇ। ਆਪਾਂ ਦੇਖਦੇ ਹਾਂ ਅਤੇ ਕਹਿੰਦੇ ਇਹ ਸਮੁੰਦਰ ਦੀਆਂ ਤਰੰਗਾਂ, ਇਹ ਸਮੁੰਦਰ ਦੀਆਂ ਲਹਿਰਾਂ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਜੀਵ ਦੇ ਅੰਦਰ ਜਦੋਂ ਮੈਂ ਪੁਣਾ ਆਉਂਦਾ ਨਾ, ਉਦੋਂ ਜੀਵ ਆਪਣੇ ਆਪ ਨੂੰ ਪਰਮਾਤਮਾ ਤੋਂ ਵੱਖਰਾ ਜਾਣਦਾ। ਜਦੋਂ ਮੈਂ ਪੁਣਾ ਮੁੱਕ ਜਾਂਦਾ ਹੈ, ਫਿਰ ਜੀਵ ਅਤੇ ਈਸ਼ ਬਿਲਕੁਲ ਇੱਕਮਿਕ ਹੋ ਜਾਂਦੇ ਨੇ। ਇਸ ਤਰ੍ਹਾਂ ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੰਤਾ। ਦੇਖੋ ਪਰਮੇਸ਼ਰ ਦੇ ਨਾਲ ਬਿਲਕੁਲ ਇੱਕਮਿਕ ਹੋ ਕੇ ਉਸ ਵਾਹਿਗੁਰੂ ਨੂੰ ਕਹਿ ਰਹੇ ਨੇ, ਕਹਿੰਦੇ ਪਰਮਾਤਮਾ ਜੇਕਰ ਅਸੀਂ ਤਮਾਮ ਜੀਵ ਪਾਪ ਨਹੀਂ ਕਰਦੇ, ਫਿਰ ਤੈਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਹਨੇ ਆਖਣਾ ਸੀ? ਤੈਨੂੰ ਪਾਪੀਆਂ ਨੂੰ ਪਵਿੱਤਰ ਕਰ ਪਤਿਤ ਪਾਵਨ ਤਾਂ ਆਖਿਆ ਜਾਂਦਾ ਏ ਜੇ ਅਸੀਂ ਪਾਪ ਕੀਤੇ ਨੇ। ਫਿਰ ਤੇਰਾ ਜਿਹੜਾ ਨਾਮ ਹੈ ਇਹ ਕਿਵੇਂ ਸਾਡੇ ਪਾਪਾਂ ਨੂੰ ਖਤਮ ਕਰ ਸਕਦਾ ਸੀ? ਇਸ ਕਰਕੇ ਤੈਨੂੰ ਪਤਿਤ ਪਾਵਨ ਕਿਸੇ ਨੇ ਨਹੀਂ ਆਖਣਾ ਸੀ। ਅਤੇ ਇਸ ਤਰ੍ਹਾਂ ਗੁਰੂ ਸਵਾਰੇ ਜਿਨ੍ਹਾਂ ਦੇ ਅੰਦਰੋਂ ਹਉਮੈ ਮੁੱਕ ਜਾਂਦੀ ਹੈ, ਫਿਰ ਇਹ ਇਸ ਅਵਸਥਾ ਦੇ ਧਾਰਨੀ ਬਣ ਜਾਂਦੇ ਨੇ। ਉਹ ਦਿਨ ਰਾਤ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਨ। ਅਤੇ ਗੁਰੂ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਹਨ, ਕਹਿੰਦੇ ਪਰ ਮਨੁੱਖ ਨੂੰ ਮਨੁੱਖਾ ਦੇਹੀ ਮਿਲੀ ਹੈ ਕੁਝ ਵੀ ਨਹੀਂ ਹੈ। ਸੱਚਾਈ ਇਹ ਹੈ ਕਿ ਸਾਰੀ ਜ਼ਿੰਦਗੀ ਜੀਵ ਮੇਰੀ ਮੇਰੀ ਕਰਦਾ ਫਿਰਦਾ, ਮੈਂ ਕਰਦਾ ਫਿਰਦਾ ਹੈ।
ਜਦੋਂ ਸੰਸਾਰ ਤੋਂ ਜਾਣ ਦਾ ਸਮਾਂ ਆਉਂਦਾ ਨਾ, ਉਦੋਂ ਡੈੱਡ ਬੋਡੀ ਇੱਥੇ ਰਹਿ ਜਾਂਦੀ ਅਤੇ ਜਿੰਦ ਨਿਕਲ ਕੇ ਚਲੀ ਜਾਂਦੀ ਹੈ। ਅਤੇ ਉਦੋਂ ਫਿਰ ਗੁਰੂ ਸਵਾਰੇ ਅੰਤ ਵੇਲੇ ਇਹ ਪਛਚਾਤਾਪ ਜ਼ਰੂਰ ਕਰਦਾ ਹੈ। ਅੰਤਮ ਸਮੇਂ ਵੇਲੇ ਪਛਚਾਤਾਪ ਜ਼ਰੂਰ ਕਰਦਾ ਅਤੇ ਦੇਖਦਾ ਹੈ ਕਿ ਮੈਂ ਇੰਨੀ ਜ਼ਿੰਦਗੀ, ਇੰਨੀ ਸਵਾਸਾਂ ਰੂਪੀ ਪੂੰਜੀ ਮੈਨੂੰ ਪ੍ਰਾਪਤ ਹੋਈ ਸੀ, ਪਰ ਉਹ ਸਵਾਸਾਂ ਰੂਪੀ ਪੂੰਜੀ ਨੂੰ ਮੈਂ ਅਜਾਈਂ ਗਵਾ ਦਿੱਤਾ। ਅਤੇ ਉਦੋਂ ਫਿਰ ਗੁਰੂ ਸਵਾਰਿਓ ਉਦੋਂ ਸਮਾਂ ਲੰਘ ਚੁੱਕਿਆ ਹੁੰਦਾ ਹੈ। ਜਿਹੜਾ ਸਮਾਂ ਇੱਕ ਵਾਰੀ ਹੱਥੋਂ ਚਲਿਆ ਗਿਆ, ਉਹ ਦੁਬਾਰਾ ਹੱਥ ਵਿੱਚ ਨਹੀਂ ਆ ਸਕਦਾ। ਇੱਕ ਛੋਟਾ ਜਿਹਾ ਬੱਚਾ ਆਖੇ ਮੈਂ ਨੌਜਵਾਨ ਹੋਣਾ, ਛੋਟਾ ਜਿਹਾ ਬੱਚਾ ਆਖੇ ਮੈਂ ਨੌਜਵਾਨ ਹੋਣਾ, ਅਤੇ ਉਹ ਕੁਦਰਤੀ ਤੌਰ 'ਤੇ ਸਰੀਰ ਵਧੇਗਾ, ਫੁੱਲੇਗਾ, ਨੌਜਵਾਨ ਹੋਵੇਗਾ। ਜਵਾਨ ਆਖੇ ਕਿ ਮੈਂ ਬੁੱਢਾ ਹੋਣਾ, ਕੁਦਰਤੀ ਤੌਰ 'ਤੇ ਜਵਾਨੀ ਤੋਂ ਬਾਅਦ ਬੁਢਾਪਾ ਆਉਣਾ ਹੈ। ਹੁਣ ਇੱਕ ਬੁੱਢਾ ਇਨਸਾਨ ਇਹ ਆਖੇ ਮੈਂ ਬੱਚਾ ਬਣ ਜਾਵਾਂ, ਮੈਂ ਜਵਾਨ ਹੋ ਜਾਵਾਂ, ਅਤੇ ਗੁਰੂ ਸਵਾਰੇ ਉਹ ਨਹੀਂ ਹੋ ਸਕਦਾ ਹੈ। ਉਹ ਨਹੀਂ ਹੋ ਸਕਦਾ, ਕਿਉਂਕਿ ਉਹ ਸਮਾਂ ਲੰਘ ਚੁੱਕਾ ਹੈ। ਜਵਾਨੀ ਦਾ ਸਮਾਂ ਤੇਰੇ ਉੱਤੇ ਆਇਆ ਸੀ, ਉਹ ਲੰਘ ਗਿਆ। ਹੁਣ ਤਾਂ ਬੁਢਾਪੇ ਦਾ ਸਮਾਂ ਹੈ। ਹੁਣ ਕੰਧੀ ਉੱਤੇ ਰੁੱਖੜੇ ਦੀ ਹਾਲਤ ਹੈ, ਤੇਰੀ ਇਹੋ ਜਿਹੀ ਹਾਲਤ ਹੈ। ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ ਉਸ ਮਾਲਕ ਦਾ। ਇਸ ਕਰਕੇ ਕਦੇ ਵੀ ਮਨ ਵਿੱਚ ਮੇਰ ਤੇਰ ਨਹੀਂ ਕਰਨੀ ਹੈ। ਜਦੋਂ ਆਪਾਂ ਸਤਿਗੁਰ ਦੇ ਦਰ 'ਤੇ ਆਉਂਦੇ ਹਾਂ, ਅਤੇ ਸਤਿਗੁਰ ਦੇ ਦਰ 'ਤੇ ਆ ਕੇ ਦੋਨੋਂ ਹੱਥ ਜੋੜ ਕੇ ਅਰਜ਼ੋਈਆਂ ਬੇਨਤੀਆਂ ਕਰਨੀਆਂ ਨੇ ਕਿ ਪਾਤਸ਼ਾਹ ਜੀ ਸਾਡੇ ਉੱਤੇ ਬਖਸ਼ਿਸ਼ ਕਰਨੀ। ਆਪ ਜੀ ਆਪਣੇ ਪਾਵਨ ਸਥਾਨ ਦੀ ਸਾਨੂੰ ਚਰਨ ਧੂੜੀ ਦੇ ਰਹੇ ਨੇ, ਸਤ ਸੰਗਤ ਬਖਸ਼ਿਸ਼ ਕਰਦੇ ਨੇ। ਕਿਰਪਾ ਕਰਨੀ ਪਾਤਸ਼ਾਹ, ਸਤ ਸੰਗਤ ਕਰਦੇ ਹਾਂ, ਆਪ ਜੀ ਦੀ ਬਾਣੀ ਪੜ੍ਹਦੇ ਹਾਂ, ਸਾਡੇ ਅੰਦਰ ਮੈਂ ਨਾ ਆ ਜਾਵੇ। ਕਿਉਂਕਿ ਜਿਸ ਨੇ ਵੀ ਅੱਜ ਤੱਕ ਪਰਮਾਤਮਾ ਨੂੰ ਪ੍ਰਾਪਤ ਕੀਤਾ, ਉਸ ਜੀਵ ਨੇ ਫਿਰ ਇਹੀ ਆਖਣਾ ਕੀਤਾ ਕਿ ਭਾਈ ਜੋ ਕੁਝ ਹੈ ਪਰਮਾਤਮਾ ਤੇਰਾ ਹੀ ਹੈ, ਫਿਰ ਮੇਰਾ ਕੁਝ ਵੀ ਨਹੀਂ। ਭਗਤ ਜੀ ਕਹਿੰਦੇ ਨੇ ਕਬੀਰ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਫਿਰ ਇਹ ਅਵਸਥਾ ਗੁਰੂ ਦੀ ਕਿਰਪਾ ਦੇ ਨਾਲ ਬਣਦੀ ਹੈ। ਜਦੋਂ ਆਪਾਂ ਸਾਸ ਗਰਾਸ ਦੁਆਰਾ ਉਸ ਮਾਲਕ ਦਾ ਸਿਮਰਨ ਕਰਾਂਗੇ, ਫਿਰ ਅਵਸਥਾ ਬਣੇਗੀ। ਅਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਪਰ ਮਨੁੱਖ ਨੇ ਆਪਣਾ ਜਨਮ ਵਿਅਰਥ ਗਵਾ ਲਿਆ। ਨਾਮ ਜਪਣ ਦੇ ਲਈ, ਲੋਕ ਭਲਾਈ ਦੇ ਕਾਰਜ ਕਰਨ ਹਿੱਤ ਇਹ ਮਨੁੱਖਾਂ ਦੀ ਹੀ ਪ੍ਰਾਪਤ ਹੋਈ ਹੈ। ਇਸ ਦੇਹੀ ਦੇ ਰਾਹੀਂ ਕਹਿੰਦੇ ਨੇ ਸਾਰੀ ਉਮਰ ਮਾਣ ਕਰਦਾ ਰਿਹਾ, ਅਹੰਕਾਰ ਦੇ ਵਿੱਚ ਅਫਰਿਆ ਰਿਹਾ। ਇਸ ਤਰ੍ਹਾਂ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਲਿਆ, ਅਤੇ ਇਸ ਤੋਂ ਮਾਲਕ ਪ੍ਰਭੂ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਅਤੇ ਹਾਲਤ ਕੈਸੀ ਹੋਈ? ਕਿਉਂਕਿ ਜੀਵ ਮੋਹ ਦੇ ਵਿੱਚ ਖਚਤ ਹੈ, ਮਾਇਆ ਦੇ ਵਿੱਚ ਗਲਤਾਨ ਹੈ। ਅਤੇ ਸਤਿਗੁਰੂ ਕਹਿੰਦੇ ਨੇ ਆਗੈ ਮੋਹ ਨਾ ਚੂਕੈ ਮਾਇਆ। ਜਦੋਂ ਮਾਲਕ ਦੀ ਦਰਗਾਹ ਵਿਖੇ ਪਹੁੰਚੇਗਾ ਨਾ, ਇਸ ਸੰਸਾਰ ਤੋਂ ਆ ਸਫ਼ਰ ਕਰਕੇ, ਅਤੇ ਉਸ ਮਾਲਕ ਦੇ ਗ੍ਰਹਿ ਵਿਖੇ ਪਹੁੰਚੇਗਾ, ਉੱਥੇ ਫਿਰ ਨਾ ਤੇਰੇ ਮੋਹ ਨੇ ਕੰਮ ਆਉਣਾ ਹੈ, ਨਾ ਹੀ ਜਿਸ ਮਾਇਆ ਵਿੱਚ ਤੂੰ ਗਲਤਾਨ ਹੈ ਉਸ ਮਾਇਆ ਨੇ ਕੰਮ ਆਉਣਾ ਹੈ। ਕਿਉਂਕਿ ਸੰਸਾਰ ਜਿਹੜੀ ਮਾਇਆ ਸਾਡੀ ਗੁਜਰਾਨ ਹੈ, ਸੰਸਾਰ ਵਿੱਚ ਵਿਚਰਦਿਆਂ ਹੋਇਆਂ ਕਾਰ ਵਿਹਾਰ ਕਰਦਿਆਂ ਸਾਡੀ ਮਾਇਆ ਜਿਹੜੀ ਹੈ ਇਹ ਸਹਾਇਕ ਹੁੰਦੀ ਹੈ ਸੰਸਾਰ ਦੇ ਵਿੱਚ ਜਦੋਂ ਤੱਕ ਜੀਵਨ ਹੈ ਸਾਡਾ। ਪਰ ਜਦੋਂ ਜੀਵਨ ਸਮਾਪਤ ਹੋ ਗਿਆ, ਫਿਰ ਇਸ ਮਾਇਆ ਦੇ ਮਾਲਕ ਕੋਈ ਹੋਰ ਬਣ ਜਾਂਦੇ ਨੇ, ਅਤੇ ਫਿਰ ਇਹ ਉਦੋਂ ਤੱਕ ਸਾਥ ਦਿੰਦੀ ਜਦੋਂ ਤੱਕ ਜਿਉਂਦੇ ਹਾਂ ਆਪਾਂ। ਅਤੇ ਸਤਿਗੁਰੂ ਕਹਿੰਦੇ ਜਿਹੜਾ ਤੂੰ ਇਸ ਮਾਇਆ ਵਿੱਚ ਗਲਤਾਨ ਹੈ, ਮੋਹ ਦੇ ਵਿੱਚ ਖਚਤ ਹੈ, ਕਹਿੰਦੇ ਸੱਚ ਜਾਣੀ ਜਦੋਂ ਮਾਲਕ ਦੀ ਦਰਗਾਹ ਵਿਖੇ ਪਹੁੰਚ ਜਾਵੇਗਾ ਨਾ, ਉੱਥੇ ਨਾ ਮਾਇਆ ਨੇ ਸਹਾਇਤਾ ਕਰਨੀ ਹੈ, ਨਾ ਮੋਹ ਦੀਆਂ ਤੰਦਾਂ ਨੇ ਸਹਾਇਤਾ ਕਰਨੀ ਹੈ। ਇਸ ਕਰਕੇ ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਉਪਰਾਮ ਹੋਣਾ ਕਰ, ਪਰਿਵਾਰ ਦੇ ਨਾਲ ਮੋਹ ਕਰ, ਬੱਚਿਆਂ ਨਾਲ ਮੋਹ ਕਰ,
ਪਰ ਬੱਚਿਆਂ ਵੱਲ ਦੇਖ ਕੇ ਉਸ ਰੱਬ ਨੂੰ ਚੇਤੇ ਕਰ, ਗੁਰੂ ਨੂੰ ਚੇਤੇ ਕਰ, ਜਿਸ ਗੁਰੂ ਨੇ ਤੈਨੂੰ ਇੱਕ ਕੁਟੁੰਬ ਦੇਣਾ ਕੀਤਾ, ਪਰਿਵਾਰ ਦੇ ਦੇਣਾ ਕੀਤਾ ਹੈ। ਪਰ ਜੀਵ ਦੀ ਹਾਲਤ ਕੈਸੀ ਹੈ? ਆਨੰਦ ਸਾਹਿਬ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ ਅਤੇ ਸਤਿਗੁਰੂ ਮਹਾਰਾਜ ਵਚਨ ਕਰਦੇ ਨੇ, ਕਹਿੰਦੇ ਨੇ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੁੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ। ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ। ਕਹਿੰਦੇ ਐਸਾ ਕੰਮ ਭੁੱਲ ਕੇ ਵੀ ਨਹੀਂ ਕਰਨਾ ਹੈ, ਜਿਸ ਕਰਕੇ ਤੈਨੂੰ ਅੰਤ ਵੇਲੇ ਪਛਤਾਤਾਪ ਕਰਨਾ ਪਵੇ। ਪਰ ਜੀਵ ਮੋਹ ਵਿੱਚ ਐਸਾ ਗਲਤਾਨ ਹੁੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਆਪਣੇ ਪਰਿਵਾਰ ਨੂੰ ਪਰਿਵਾਰ ਦੀ ਸੰਭਾਲ ਨਹੀਂ ਕਰਨੀ ਹੈ, ਪਾਲਣਾ ਪੋਸ਼ਣ ਨਹੀਂ। ਵਾਹਿਗੁਰੂ ਨੇ ਸਾਡੀ ਡਿਊਟੀ ਲਾਈ ਹੋਈ ਹੈ, ਡਿਊਟੀ ਲਾਈ ਹੋਈ ਹੈ। ਪਾਲਣ ਵਾਲਾ ਪਰਮੇਸ਼ਰ ਹੈ ਅਤੇ ਆਪਾਂ ਜੋ ਉਹਦਾ ਹੁਕਮ ਹੈ, ਹੁਕਮ ਅਨੁਸਾਰ ਆਪਾਂ ਡਿਊਟੀ ਨਿਭਾ ਰਹੇ ਹਾਂ। ਮਤਾ ਮਨ ਵਿੱਚ ਇਹ ਸੋਚਣਾ ਕਿ ਅਸੀਂ ਪਾਲਣਾ ਪੋਸ਼ਣਾ ਕਰ, ਨਹੀਂ, ਸਾਡੀ ਵੀ ਅਤੇ ਸਾਡੇ ਪਰਿਵਾਰ ਦੀ ਵੀ, ਸਾਰੇ ਸੰਸਾਰ ਦੀ ਪਰਮਾਤਮਾ ਹੀ ਪਾਲਣਾ ਕਰਦਾ ਹੈ। ਕਹਿੰਦੇ ਪਰਿਵਾਰ ਨੂੰ ਦੇਖ ਕੇ ਤੂੰ ਉਸ ਮਾਲਕ ਨੂੰ ਚੇਤੇ ਕਰ। ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਜੀਵ ਜਦੋਂ ਮੋਹ ਦੀਆਂ ਤੰਦਾਂ ਵਿੱਚ ਗਲਤਾਨ ਹੁੰਦਾ ਅਤੇ ਮੋਹ ਵਿੱਚ ਵਸੀਕਾਰ ਹੋਣ ਕਰਕੇ ਆਪਣੇ ਪੇਟ ਪੂਰਤੀ ਲਈ ਅਤੇ ਪਰਿਵਾਰ ਦੀ ਪੇਟ ਪੂਰਤੀ ਲਈ ਅਤੇ ਜੀਵ ਆਪਣੇ ਇਖਲਾਕ ਤੋਂ, ਧਰਮ ਤੋਂ ਡਿੱਗ ਕੇ ਉਹ ਕਮਾਈ ਕਰਦਾ ਹੈ, ਜਿਹੜੀ ਕਮਾਈ ਇੱਕ ਤਰ੍ਹਾਂ ਮਨੁੱਖ ਦੇ ਲਈ ਜ਼ਹਿਰ ਹੈ, ਵਿਸ ਗੰਦਲਾਂ ਨੇ, ਅਤੇ ਦੇਖਣ ਨੂੰ ਉਹ ਮਿੱਠੀਆਂ ਲੱਗਦੀਆਂ, ਸਵਾਦ ਲੱਗਦੀਆਂ ਨੇ, ਪਰ ਗੁਰੂ ਸਵਾਰੇ ਹੌਲੀ ਹੌਲੀ ਜਿਹੜੇ ਸਾਡੇ ਕੀਤੇ ਹੋਏ ਕਰਮ ਨੇ ਨਾ, ਉਹ ਸਾਰੇ ਫਿਰ ਖਤਮ ਹੋ ਜਾਂਦੇ ਨੇ। ਗੁਰਬਾਣੀ ਨੇ ਫੈਸਲਾ ਕਰ ਦਿੱਤਾ। ਸਤਿਗੁਰੂ ਕਹਿੰਦੇ ਨੇ, ਜਿਸ ਪਰਿਵਾਰ ਦੀ ਖਾਤਰ ਤੂੰ ਦਿਨ ਰਾਤ ਠੱਗੀਆਂ ਕਰਦਾ, ਚੋਰੀਆਂ ਕਰਦਾ, ਧੋਖਾਧੜੀ ਕਰਦਾ ਹੈ, ਕਹਿੰਦੇ ਸੱਚ ਜਾਣੀ ਉਸ ਪਰਿਵਾਰ ਵਿੱਚੋਂ ਅੰਤ ਵੇਲੇ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ ਹੈ। ਫੈਸਲਾ ਕਰਤਾ ਪਾਤਸ਼ਾਹ ਜੀ ਨੇ, ਕਹਿੰਦੇ ਨੇ, ਬਹੁ ਪਰ ਪੰਚ ਕਰ ਪਰਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਹਿਸਾਬ ਕਿਤਾਬ ਤੇਰੇ ਵੱਸ ਹੋਣਾ ਏ। ਉਦੋਂ ਨਾ ਤਾਂ ਮਾਤਾ ਨੇ, ਨਾ ਪਿਤਾ ਨੇ, ਨਾ ਭੈਣ ਨੇ, ਨਾ ਭਰਾ ਨੇ, ਨਾ ਘਰ ਵਾਲੀ, ਨਾ ਬੱਚਿਆਂ ਨੇ, ਉਦੋਂ ਕਿਸੇ ਨੇ ਸਹਾਇਕ ਨਹੀਂ ਹੋਣਾ ਏ। ਉਦੋਂ ਤਾਂ ਜੋ ਤੈਂ ਕਰਮ ਕੀਤੇ ਨੇ, ਸਰੀਰ ਤੇਰਾ ਕਰਮ ਭੂਮੀ ਹੈ। ਜਿਹੋ ਜਿਹਾ ਤਾਂ ਬੀਜ ਦਿੱਤਾ, ਉਹੋ ਜਿਹਾ ਤੈਨੂੰ ਫਲ ਮਿਲੇਗਾ। ਜਿਹੋ ਜਿਹੇ ਤੈਂ ਬੀਜ ਬੀਜੇ ਨੇ, ਉਹਦੇ ਮੁਤਾਬਕ ਤੈਨੂੰ ਜਿਹੜਾ ਹਿਸਾਬ ਕਿਤਾਬ ਤੈਨੂੰ ਦੇਣਾ ਪਵੇਗਾ। ਜਿਵੇਂ ਇੱਕ ਮਾਂ ਬਾਪ ਬੱਚਿਆਂ ਲਈ ਕਾਰੋਬਾਰ ਖੜਾ ਕਰਦਾ, ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਸਾਰੀ ਬੱਚਿਆਂ ਦੇ ਹਵਾਲੇ ਕਰਨ ਦੇ ਕਿ ਆਹ ਪੁੱਤਰ, ਆਹ ਇੰਨੀ ਮੇਰੀ ਇਹ ਜਮ੍ਹਾਂ ਪੂੰਜੀ ਸੀ, ਇਹ ਕਾਰੋਬਾਰ ਮੈਂ ਖੜਾ ਕੀਤਾ ਏ, ਹੁਣ ਤੂੰ ਸੰਭਾਲਣਾ ਕਰ। ਹੁਣ ਅੱਗੋਂ ਬੱਚਿਆਂ ਨੇ ਉਹ ਸਾਰੀ ਜਮ੍ਹਾਂ ਪੂੰਜੀ ਖਰਚ ਦਿੱਤੀ, ਕੋਈ ਹਿਸਾਬ ਨਹੀਂ ਰੱਖਿਆ, ਉਡਾ ਦਿੱਤੀ ਅਤੇ ਖਤਮ ਹੋ ਗਈ। ਜਦੋਂ ਖਾਲੀ ਹੋ ਗਏ ਅਤੇ ਉਦੋਂ ਫਿਰ ਮਾਂ ਬਾਪ, ਪਿਤਾ ਪੁੱਛਦਾ ਹੈ ਕਿ ਪੁੱਤ ਧਨ ਕਿੱਥੇ ਹੈ, ਇੰਨਾ ਧਨ ਤੈਨੂੰ ਦੇਣਾ ਕੀਤਾ ਸੀ। ਫਿਰ ਉਦੋਂ ਬੱਚੇ ਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪੈਂਦੀ ਹੈ ਕਿ ਮੈਨੂੰ ਮੇਰੇ ਮਾਤਾ ਪਿਤਾ ਨੇ ਕਾਰੋਬਾਰ ਲਈ ਇੰਨੀ ਮਾਇਆ ਦਿੱਤੀ ਸੀ, ਮੈਂ ਐਵੇਂ ਅਜਾਈਂ ਗਵਾ ਦਿੱਤੀ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਪਰਮੇਸ਼ਰ ਨੇ ਵੀ ਸਾਨੂੰ ਜਮ੍ਹਾਂ ਪੂੰਜੀ, ਸਵਾਸਾਂ ਰੂਪੀ ਪੂੰਜੀ ਦੇਣਾ ਕੀਤੀ। ਜਮ੍ਹਾਂ ਪੂੰਜੀ ਕੀ ਹੈ? ਸਾਡੇ ਸਵਾਸ, ਸਵਾਸਾਂ ਰੂਪੀ ਪੂੰਜੀ ਦੇ ਦਿੱਤੀ ਅਤੇ ਬਚਨ ਕੀਤੇ ਕਿ ਮਾਤ ਲੋਕ ਵਿੱਚ ਜਾ ਕੇ ਇਹ ਜੀਵਤ ਹੈ ਨਾਮ ਜਪਣਾ, ਬੰਦਗੀ ਕਰਨੀ ਹੈ, ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ ਹੈ। ਇਹ ਸਵਾਸਾਂ ਰੂਪੀ ਪੂੰਜੀ ਦਿੱਤੀ ਹੈ, ਇਹਦਾ ਹਿਸਾਬ ਕਿਤਾਬ ਤੇਰੇ ਪਾਸੋਂ ਮੰਗਿਆ ਜਾਵੇਗਾ।
ਲਿਆ ਜਾਵੇਗਾ। ਹੁਣ ਜਿਸ ਜੀਵ ਨੇ ਤਾਂ ਸਵਾਸਾਂ ਰੂਪੀ ਪੂੰਜੀ ਦੇ ਰਾਹੀਂ ਸਾਸ ਗ੍ਰਾਸ ਦਾ ਪਰਮਾਤਮਾ ਦਾ ਨਾਮ ਜਪ ਲਿਆ, ਹੱਥਾਂ ਨਾਲ ਚੰਗੇ ਕਰਮ ਕਰ ਲਏ, ਉਹਦੀ ਤਾਂ ਫਿਰ ਸਵਾਸਾਂ ਰੂਪੀ ਪੂੰਜੀ ਲੇਖੇ ਲੱਗ ਗਈ। ਮਾਨੋ ਜਿਵੇਂ ਕਾਰੋਬਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਜਾਂਦੇ ਨੇ, ਇਸੇ ਤਰ੍ਹਾਂ ਆਪਣੇ ਜ਼ਿੰਦਗੀ 'ਚ ਵਿਚਰਦਿਆਂ ਹੋਇਆਂ, ਸੰਸਾਰ ਵਿੱਚ ਆਪਣਾ ਸਫ਼ਰ ਕਰਦਿਆਂ ਹੋਇਆਂ ਉਹ ਜੀਵ ਵੀ ਫਿਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਲੈਂਦਾ ਹੈ। ਪਰਮਾਰਥ ਤੌਰ 'ਤੇ ਇਸ ਤਰ੍ਹਾਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਨੇ ਅਤੇ ਉਹ ਫਿਰ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ। ਪਰ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਐਵੇਂ ਹੀ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਦਿੱਤਾ, ਅਤੇ ਸਤਿਗੁਰੂ ਫਿਰ ਉਹਨਾਂ ਦੇ ਬਾਬਤ ਇੱਥੇ ਬਚਨ ਕਰਦੇ ਨੇ, ਕਹਿੰਦੇ ਨੇ ਹਾਲਤ ਇਹੋ ਜਿਹੀ ਹੋ ਜਾਂਦੀ ਹੈ ਭਾਈ ਉਹਨਾਂ ਦੀ, ਕਹਿੰਦੇ ਅੱਗੇ ਮੋਹ ਨਾ ਚੁੱਕੈ ਮਾਇਆ, ਮੈਂ ਹਾਂ ਇਸ ਤਰ੍ਹਾਂ ਕਰਦੇ ਹਾਂ ਆਪਣਾ ਜਨਮ ਗਵਾ ਲਿਆ, ਮਨੁੱਖਾ ਜਨਮ ਜਿਹੜਾ ਬੜਾ ਕੀਮਤੀ ਮਿਲਿਆ ਸੀ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਮਨੁੱਖਾ ਜਨਮ ਕੈਸਾ, ਕਹਿੰਦੇ ਹਾਲਤ ਕਿਉਂ ਮਨੁੱਖ ਨੇ ਆਪਣਾ ਮਨੁੱਖਾ ਜਨਮ ਗਵਾਉਣਾ ਕੀਤਾ। ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਹਰਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਬਦਾਸ। ਇੱਥੋਂ ਤੱਕ ਸਾਨੂੰ ਭਗਤ ਕਬੀਰ ਸਾਹਿਬਾਂ ਨੇ ਸਮਝਾ ਦਿੱਤਾ। ਕਹਿੰਦੇ ਨੇ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾਖ ਕਰੋੜ, ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਜਦੋਂ ਸੰਸਾਰ ਤੋਂ ਚੱਲਿਆ, ਸਫ਼ਰ ਪੂਰਾ ਹੋ ਗਿਆ, ਅਤੇ ਉਦੋਂ ਕਹਿੰਦੇ ਫਿਰ ਕੁਝ ਵੀ ਨਾਲ ਨਹੀਂ ਗਿਆ। ਪਰਮਾਤਮਾ ਨਾਲ ਜਿਹੜੀ ਪ੍ਰੀਤੀ ਸੀ ਤੋੜ ਲਈ, ਪੂੰਜੀ ਸਾਰੀ ਆਪਣੀ ਖਤਮ ਕਰ ਲਈ। ਇਸ ਤਰ੍ਹਾਂ ਕਹਿੰਦੇ ਆਪਣਾ ਜਨਮ ਵਿਅਰਥ ਗਵਾ ਲਿਆ। ਇਹ ਕਿਉਂ ਹਾਲਤ ਇਸ ਜੀਵ ਦੀ ਹੋਈ ਹੈ, ਕਿਉਂ ਬਿੱਥ ਪਰਮਾਤਮਾ ਪਈ ਹੈ? ਕਿਉਂਕਿ ਜੀਵ ਦੇ ਅੰਦਰ ਮੈਂ ਸੀ, ਜਿਸ ਕਰਕੇ ਮੋਹ ਦੀਆਂ ਤੰਦਾਂ ਵਿੱਚ ਸੀ, ਮਾਇਆ ਵਿੱਚ ਗਲਤਾਨ ਸੀ। ਅਤੇ ਜਦੋਂ ਮਾਲ ਇਸ ਲੋਕ ਤੋਂ ਪਰਲੋਕ ਵਿੱਚ ਗਿਆ, ਉੱਥੇ ਕੋਈ ਮੋਹ ਨੇ ਸਹਾਇਤਾ ਨਹੀਂ ਕੀਤੀ, ਉੱਥੇ ਕਿਸੇ ਮਾਇਆ ਨੇ ਸਹਾਇਤਾ ਨਹੀਂ ਕੀਤੀ ਹੈ। ਉੱਥੇ ਤਾਂ ਕੀਤੇ ਹੋਏ ਕਰਮ ਅਤੇ ਜਪਿਆ ਹੋਇਆ ਨਾਮ ਉਹੀ ਸਹਾਇਤਾ ਕਰਨ ਵਾਲਾ ਹੈ। ਅੱਗੇ ਜਮਕਾਲ ਲੇਖਾ ਲੇਵੈ, ਜਿਉ ਤਿਲ ਕਹਾਣੀ ਪੀੜਾਏ ਦਾ। ਸਤਿਗੁਰੂ ਜੀ ਨੇ ਗੱਲ ਹੀ ਮੁਕਾ ਦਿੱਤੀ। ਕਹਿੰਦੇ ਭਾਈ ਜੀਵ ਤੂੰ ਕੀ ਸੋਚਦਾ, ਸੰਸਾਰ 'ਚ ਵਿਚਰਦਿਆਂ ਹੋਇਆਂ ਪਾਪ ਕਰਮ ਕਰਦਾ, ਚੋਰੀਆਂ ਠੱਗੀਆਂ ਕਰਦਾ, ਧੋਖਾਧੜੀ ਕਰ ਰਿਹਾ ਹੈ। ਇਹ ਸੋਚਦਾ ਕਿ ਮੈਨੂੰ ਕੋਈ ਨਹੀਂ ਦੇਖ ਰਿਹਾ, ਮੈਨੂੰ ਕੋਈ ਨਹੀਂ ਦੇਖ ਰਿਹਾ। ਪਰ ਹਰ ਪਲ ਹਰ ਸਮੇਂ ਇੱਕ ਇੱਕ ਸੈਕਿੰਡ ਦੇ ਵਿੱਚ ਇੱਕ ਐਸੀ ਜੋਤ ਹੈ ਜਿਹੜੀ ਤੈਨੂੰ ਦੇਖ ਰਹੀ ਹੈ। ਉਸ ਜੋਤ ਨੂੰ ਅਖੰਡ ਜੋਤ ਆਖਿਆ ਜਾਂਦਾ। ਉਸ ਜੋਤ ਨੂੰ ਤੇ ਇਸ ਤਰ੍ਹਾਂ ਗੁਰੂ ਸਾਹਿਬ ਅਖੰਡ ਜੋਤ ਆਖ ਜਿਹੜੀ ਸਦੀਵੀ ਕਾਲੀ ਜਗਦੀ ਹੈ, ਅਤੇ ਉਹ ਜੋਤ ਐਸੀ ਹੈ ਜੋ ਸਾਡੇ ਕੀਤੇ ਹੋਏ ਕਰਮ ਨੇ ਉਹ ਨਾਲ ਨਾਲ ਲਿਖੇ ਜਾ ਰਹੇ ਹਨ। ਜੋ ਆਪਾਂ ਕਰ ਰਹੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸੌਣ ਤੱਕ, ਜਿੰਨੇ ਵੀ ਆਪਾਂ ਕਰਮ ਕਰਦੇ 24 ਘੰਟਿਆਂ ਦੇ ਵਿੱਚ, ਉਹ ਕੱਲਾ ਕੱਲਾ ਸਾਡਾ ਕਰਮ ਲਿਖਿਆ ਜਾਂਦਾ ਹੈ। ਗੁਰਬਾਣੀ ਨੇ ਫੈਸਲਾ ਕੀਤਾ ਨਾ ਕਿ ਚਿੱਤਰ ਗੁਪਤ ਸਭ ਲਿਖਤੇ ਲੇਖਾ। ਹੁਣ ਚਿੱਤਰ ਗੁਪਤ ਕੀ ਨੇ? ਆਮ ਤੌਰ 'ਤੇ ਇਹ ਕਹਾਵਤ ਹੈ ਕਿ ਚਿੱਤਰ ਗੁਪਤ ਜਿਹੜੇ ਨੇ ਉਹ ਜੀਵ ਦੇ ਮੋਢਿਆਂ ਉੱਤੇ ਬੈਠੇ ਹੋਏ ਨੇ। ਜੋ ਜੀਵ ਕਰਮ ਕਰਦਾ ਲਿਖੇ ਜਾਂਦੇ ਨੇ। ਅਸਲ ਵਿੱਚ ਚਿੱਤਰ ਗੁਪਤ ਕੀ ਨੇ? ਜੋ ਆਪਾਂ ਕਰਮ ਕਰ ਰਹੇ ਨਾ, ਚੋਰੀ ਕੀਤੀ ਹੈ, ਉਹ ਚਿੱਤਰ ਗੁਪਤ ਰੂਪ ਵਿੱਚ ਬੈਠੇ ਹੋਏ ਨੇ ਅਤੇ ਚਿੱਤਰ ਬਣਾ ਕੇ ਕੋਲ ਰੱਖੀ, ਤਸਵੀਰ ਬਣਾ ਕੇ ਰੱਖੀ ਜਾ ਰਹੇ ਨੇ, ਰੂਪ ਇਕੱਠੇ ਕਰੀ ਜਾ ਰਹੇ ਹਨ। ਜਦੋਂ ਫਿਰ ਸੰਸਾਰ ਤੋਂ ਯਾਤਰਾ ਕਰਕੇ ਮਾਲਕ ਦੀ ਦਰਗਾਹ ਵਿਖੇ ਪਹੁੰਚਦਾ ਨਾ, ਕਿਸੇ ਮਨੁੱਖ ਨੇ ਕਤਲ ਕੀਤਾ,
ਮਨੁੱਖ ਨੇ ਮਨੁੱਖ ਨੂੰ ਮਾਰ ਦਿੱਤਾ, ਦੁਨਿਆਵੀ ਅਦਾਲਤ ਦੇ ਵਿੱਚ ਚਲਿਆ ਗਿਆ। ਅਦਾਲਤ ਵਿੱਚ ਝੂਠੇ ਗਵਾਹ ਪੇਸ਼ ਕਰਕੇ ਮਾਇਆ ਦੇ ਸਹਾਰੇ ਨਾਲ ਪ੍ਰੂਫ ਸਾਰੇ ਮਿਟੇ ਦਿੱਤੇ, ਜਿਸ ਕਰਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਲਿਆ। ਇਹ ਆਮ ਅਦਾਲਤਾਂ ਵਿੱਚ ਹੁੰਦਾ ਹੈ, ਸੰਸਾਰੀ ਅਦਾਲਤਾਂ ਵਿੱਚ ਇਹ ਹੁੰਦਾ ਹੈ ਕਿ ਦੋਸ਼ੀ ਨਿਰਦੋਸ਼ ਸਾਬਤ ਹੋ ਜਾਂਦਾ, ਜਿਹੜਾ ਦੋਸ਼ੀ ਹੈ, ਅਤੇ ਜਿਹੜਾ ਨਿਰਦੋਸ਼ ਹੈ ਉਹ ਦੋਸ਼ੀ ਬਣ ਜਾਂਦਾ ਹੈ। ਪਰ ਮਾਲਕ ਦੀ ਦਰਗਾਹ ਵੇਖੇ ਨਹੀਂ ਗੁਰੂ ਸਵਾਰੇ, ਉੱਥੇ ਕੁਝ ਨਹੀਂ ਚੱਲਣਾ। ਉੱਥੇ ਜਿਹੜਾ ਕਰਮ ਮੈਂ ਕੀਤਾ ਮੈਨੂੰ ਭੋਗਣਾ ਪਵੇਗਾ, ਜਿਹੜਾ ਤੁਸੀਂ ਕੀਤਾ ਤੁਹਾਨੂੰ ਭੋਗਣਾ ਪਵੇਗਾ। ਉੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਹੈ। ਉੱਥੇ ਤਾਂ ਲੇਖਾ ਜੋਖਾ ਕੀਤਾ ਜਾਵੇਗਾ। ਅਤੇ ਗੁਰਬਾਣੀ ਵਿੱਚ ਪਾਤਸ਼ਾਹ ਨੇ ਬਚਨ ਕਦੇ ਫੈਸਲਾ ਕਰਤਾ, ਪਾਤਸ਼ਾਹ ਨੇ ਕਹਿੰਦੇ ਨੇ ਲੇਖਾ ਕਤਹਿ ਨ ਛੂਟੀ ਹੈ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਕਹਿੰਦੇ ਲਿਖ, ਜੇ ਪ੍ਰਮਾਤਮਾ ਤੋਂ ਲੇਖਾ ਜੋਖਾ ਕਰਨ ਲੱਗ ਪਿਆ, ਬੇਨਤੀ ਕੀਤੀ ਜਾ ਸਕਦੀ ਹੈ। ਜੇ ਆਪਾਂ ਸੋਚੀਏ ਕਿ ਹੁਣ ਆਪਾਂ ਪਰਮਾਤਮਾ ਦੀ ਬੰਦਗੀ ਕਰ ਰਹੇ, ਨਿਤਨੇਮ ਕਰ ਰਹੇ ਹਾਂ, ਸਿਮਰਨ ਕਰਦੇ ਹਾਂ, ਚੰਗੇ ਕਰਮ ਕਰਦੇ ਹਾਂ, ਅਤੇ ਮਨ 'ਚ ਮਾਣ ਆ ਗਿਆ ਕਿ ਅਸੀਂ ਕਰਦੇ ਹਾਂ, ਇਹ ਕੰਮ ਮੈਂ ਕਰਦਾ, ਮੈਂ ਤਾਂ ਲੇਖੇ ਜੋਖ ਵਿੱਚ ਨਹੀਂ ਆਉਣਾ, ਮੈਂ ਲੇਖੇ ਜੋਖੇ 'ਤੇ ਰਹਿਤ ਹਾਂ। ਪਰ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਆਖਣਾ। ਜੇ ਪਰਮਾਤਮਾ ਲੇਖਾ ਜੋਖਾ ਕਰਨ ਲੱਗ ਪਿਆ, ਕਹਿੰਦੇ ਫਿਰ ਨਹੀਂ ਤੂੰ ਛੁੱਟ ਸਕਦਾ। ਬਾਰ ਇਸ ਤਰ੍ਹਾਂ ਬੇਨਤੀਆਂ ਕਰਕੇ ਪਰਮਾਤਮਾ ਖਿਣ ਖਿਣ ਮਾਤਰ 'ਚ ਮੈਂ ਬਾਰ ਭੁੱਲਾਂ ਗਲਤੀਆਂ ਕਰ ਰਿਹਾ ਹਾਂ, ਪਰ ਤੇਰਾ ਮੁੰਡ ਕਦੀਮਾ ਤੋਂ ਸੁਭਾਅ ਹੈ ਕਿ ਤੂੰ ਬਖਸ਼ ਦਿੰਦਾ ਹੈ, ਅਤੇ ਤੇਰੀ ਸ਼ਰਨ ਵਿੱਚ ਆਇਆ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਤੇ ਆਪਣੇ ਆਪ ਹੀ ਫਿਰ ਮਾਲਕ ਨੇ ਬਖਸ਼ ਦੇਣਾ, ਕਿਰਪਾ ਕਰ ਦੇਣੀ ਹੈ। ਅਤੇ ਲੇਖਾ ਜੋਖਾ ਹੋ ਕੇ ਰਹੇਗਾ, ਜੋ ਆਪਾਂ ਕੀਤਾ ਹੈ ਉਹ ਸਾਨੂੰ ਫਲ ਭੋਗਣਾ ਪਵੇਗਾ। ਕਹਿੰਦੇ ਜਿਵੇਂ ਇੱਕ ਮਹਾਤਮਾ ਤਪੱਸਵੀ ਇੱਕ ਪੱਥਰ ਦੀ ਸਿਲਾ ਉੱਤੇ ਬੈਠ ਗਿਆ, ਚੌਂਕੜਾ ਮਾਰ ਕੇ ਬੈਠਾ, ਬੰਦਗੀ ਕਰਨ ਲੱਗ ਪਿਆ। ਬੰਦਗੀ ਕਰਦਾ ਹੈ, ਇੱਕ ਆਜੜੀ ਉੱਥੇ ਬੱਕਰੀਆਂ ਚਾਰ ਰਿਹਾ। ਆਜੜੀ ਨੇ ਦੇਖਿਆ ਕਿ ਇਹ ਤਪੱਸਵੀ ਪਰਮੇਸ਼ਰ ਦੀ ਬੰਦਗੀ ਕਰਦਾ, ਅਤੇ ਨਿਤਾ ਪ੍ਰਤੀ ਆਉਂਦਾ ਅਤੇ ਚੌਂਕੜਾ ਮਾਰ ਕੇ ਕਈ ਘੰਟੇ ਬਤੀਤ ਕਰਦਾ ਇੱਥੇ। ਮਨਾ ਸਾਰੀ ਉਮਰ ਹੋ ਗਈ ਤੈਨੂੰ ਬੱਕਰੀਆਂ ਚਰਾਉਂਦਿਆਂ ਨੂੰ, ਐਵੇਂ ਜ਼ਿੰਦਗੀ ਸਾਰੀ ਵਿਅਰਥ ਗਵਾ ਦਿੱਤੀ ਹੈ। ਜਿਹੜਾ ਸਮਾਂ ਹੁਣ ਬਾਕੀ ਹੈ ਮੈਂ ਵੀ ਪਰਮਾਤਮਾ ਦੀ ਬੰਦਗੀ ਕਰਾਂ, ਬਾਕੀ ਮੇਰੀਆਂ ਬੱਕਰੀਆਂ ਦੀ ਰਖਵਾਲੀ ਕਰਨੀ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ, ਇਹ ਪਰਮਾਤਮਾ ਆਪ ਹੀ ਕਰੇਗਾ। ਕਹਿੰਦੇ ਨੇ ਆਜੜੀ ਬੈਠ ਗਿਆ ਨਾਲ, ਇਹ ਸਿਲਾ ਉੱਤੇ ਬੈਠਾ ਹੋਇਆ ਅਤੇ ਆਜੜੀ ਥੱਲੇ ਬੈਠ ਗਿਆ। ਹੁਣ ਜਿਉਂ-ਜਿਉਂ ਉਹ ਮੰਤਰ ਜਪਦਾ, ਜਾਂ ਰਾਮ ਰਾਮ ਕਹਿੰਦਾ, ਜਾਂ ਹਰੀ ਹਰੀ ਕਹਿੰਦਾ, ਜਾਂ ਕੋਈ ਹੋਰ ਮੰਤਰ ਜਪਦਾ, ਪਰਮੇਸ਼ਰ ਦਾ ਨਾਮ ਲੈਂਦਾ, ਆਜੜੀ ਸੁਣਦਾ। ਆਜੜੀ ਦੇ ਕੰਨਾਂ ਵਿੱਚ ਆਵਾਜ਼ ਪਈ ਅਤੇ ਆਜੜੀ ਉਸ ਸਿਰ ਜਪਣ ਲੱਗ ਪਿਆ। ਜਾਂ ਜਪਦਿਆਂ ਐਸੀ ਪਰਮਾਤਮਾ ਦੀ ਖੇਡ ਵਰਤੀ, ਸਮਾਂ ਆ ਗਿਆ। ਸਮਾਂ ਆਇਆ ਦੋਨਾਂ ਦਾ ਇਕੱਠਿਆਂ ਦਾ, ਆਜੜੀ ਵੀ ਚੜ੍ਹਾਈ ਕਰ ਗਿਆ ਅਤੇ ਤਪੱਸਵੀ ਵੀ ਚੜ੍ਹਾਈ ਕਰ ਗਿਆ। ਹੁਣ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਗਏ। ਹੁਣ ਉੱਥੇ ਹਿਸਾਬ ਕਿਤਾਬ ਹੋਣ ਲੱਗ ਪਿਆ। ਅੱਗੇ ਜਮਕਾਰ ਲੇਖਾ ਲੇਵੈ, ਹਿਸਾਬ ਕਿਤਾਬ ਹੋਣ ਲੱਗਿਆ। ਕਹਿੰਦੇ ਹਾਂ ਭਾਈ ਦੱਸੋ, ਤੁਸੀਂ ਮਾਤ ਲੋਕ ਤੁਹਾਨੂੰ ਭੇਜਿਆ ਸੀ ਸਵਾਸਾਂ ਰੂਪੀ ਪੂੰਜੀ ਲੈ ਕੇ, ਕਿੰਨਾ ਸਮਾਂ ਨਾਮ ਜਪਿਆ, ਕੀ ਕੀਤਾ ਇਹ ਦੱਸੋ ਹਿਸਾਬ ਕਿਤਾਬ। ਅਤੇ ਅੱਗੋਂ ਪਹਿਲਾਂ ਆਜੜੀ ਨੂੰ ਪੁੱਛਣਾ ਕਿ ਦੱਸ ਭਾਈ ਤੂੰ ਕੀ ਕੀਤਾ। ਹੱਥ ਜੋੜੇ ਕਹਿਣ ਲੱਗਿਆ, ਪਰਮਾਤਮਾ ਤੂੰ ਫਜ਼ਲ ਕਰੀ। ਫਜ਼ਲ ਦਾ ਅਰਥ ਹੈ ਭਲਾ ਕਰੀ। ਪਰਮਾਤਮਾ ਮੈਂ ਜ਼ਿੰਦਗੀ 'ਚ ਕੋਈ ਚੰਗਾ ਕਰਮ ਨਹੀਂ ਕੀਤਾ, ਸਾਰੀ ਜ਼ਿੰਦਗੀ ਬੱਕਰੀਆਂ ਚਰਾਉਂਦਿਆਂ ਹੀ ਖਤਮ ਹੋ ਗਈ।
हाँ इन्ना कु समा ये तपस्वी की संगत करके मैं नाम जपना किया ते तू भला करी फजल करी। फिर जो इस तपस्वी नूं पुछना किया, तपस्वी नूं हुण माण सी 12 साल हो गए सी बंदगी करदिआं नूं ते अपना माण में डुੱਬਿਆ सी, हंकार दे विच सी ते तपस्वी कहण लग्गिआ कि परमात्मा अदल करी। अदल ते फजल, फजल का अर्थ है भला, अदल का अर्थ है न्याय करी। कहता परमात्मा अदल करी। जदों अदल करन दी वारी है मुखों ये सुनिया, कहते वो सिल उठ के खलो गई, वो बोली कहन लगी परमात्मा अदल ये कहता, न्याय ये कहता है कि इन्हें मेरे उत्ते बैठ के 12 साल बंदगी की है, तपस्या की है। हुण न्याय ये कहता है ये पत्थर बने ते मैं तपस्वी बनना करा, मैं ये उत्ते बैठ के बंदगी करना करा, ते जो 12 साल पूरे होणगे फिर हिसाब किताब बराबर होवेगा। हुण देखो दोनों ने ही दोनों परमात्मा की हजूरी विच पहुँचे। एक दे मन विच अपनी भजन बंदगी का माण सी, एक जिहड़ा गुरु सवारे आजड़ी सी उन्होंने पता सी, उन्हें दोनों हाथ जोड़ के निम्रता विच आके अपना सब कीते हुए गुनाह सारे बख्शा ले। तो इस तरह परमात्मा की दरगाह विखे लेखा जोखा हुंदा है। पर जिहड़े माण विच हुंदे, हंकार विच हुंदे ने, इस संसार विच डुੱਬ जाते हैं ते उस लोक दे विच डुੱਬ जाते हैं, उनका पार उतारा नहीं हुंदा है। इस करके सतगुरु कहते ने जदों उस मालक की दरगाह विच पहुँचेगा, जमकाल तिस लेखा लेवै। कहते फिर अगे जमकाल लेखा ले, जमकाल ने अगों तेरे लेखा जोखा लेना है, की कीता संसार च आके, किहड़ा कर्म करना कीता, वो सारा लेखा जोखा लिया जाएगा। फिर तेरे कीते हुए पापां अनुसार कहते तेरी हालत इहो जी होवेगी ज्यों तिल घाणी पीड़ाएंदा। जिवें कोलू विच तिल पीड़े जाते हैं ना, तेल कढ़िया जाता, कहते इस तरह तेरे नाल भी लेखा जोखा इस तरह किया जाएगा, क्योंकि तैनूं जो तैं कर्म कीता उसकी सज़ा तैनूं वश मिलेगी। गुरबाणी ने फैसला कर दिता। सतगुरु जी कहते ने पापी कर्म कमाम दे, करदे हाय हाय, नानक ज्यों मथन मधाणिया त्यों मथे धर्म राय। कहते इस तरह की हालत हो जाती है जदों आपां मालक की दरगाह लेखा जोखा हो के रहेगा, उत्थों कोई नहीं छुड़ा सकेगा। इस करके सतगुरु महाराज कहते ने, कहते उदों भाई तू की करेगा जदों मालक की दरगाह विखे पहुंचे। भगत कबीर साहबान जी का शब्द कहते राम सिमर पछताहेगा मन, पापी जीरा लोभ करत है, आज काल उठ जाएगा। कहते अज कल तो उठ के चलिया जाना। पापी जीव है, लोभ लालच करता है, सिमरन भजन दया नहीं कीनी, तो मुख चोटा खाएगा। धर्म राय जब लेखा मांगै, क्या मुख लैके जाहेगा। तो उत्थों कहते फिर की मुख लैके जा गए, धर्मराज की दरगाह में लेखा जोखा हो के रहेगा। कहत कबीर सुनो रे संतो, साध संगत तर जाहेगा। जिन्होंने भाई सत संगत की है वो सत संगत करके फिर संसार समुद्र तर जाते हैं। इस करके बहुत बड़ा फल संगत का है। तो सतगुरु कहते ने उत्थे लेखा जोखा, धर्म लेखा जोखा लवेगा तेरे कीते हुए कर्म अनुसार। तैनूं जिवें कोलू च तिल पीड़ के कढ़िया जाता है, तिल पीड़ के, इस तरह तेरी भी हालत इहो जी होवेगी। तिन सुख पाया पूरै भाग, गुर सेवा होई।
ਨਦਰ ਕਰੇ ਤਾਂ ਸੇਵੇ ਕੋਈ। ਫਿਰ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਅਗਲਾ ਸਵਾਲ ਕਰ ਦਿੱਤਾ। ਕਹਿਣ ਲੱਗੇ, ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ, ਫਿਰ ਜੀਵ ਦਾ ਬਚਾਅ ਕਿਵੇਂ ਹੋ ਸਕਦਾ? ਕਿਵੇਂ ਜੀਵ ਸੰਸਾਰ ਸਮੁੰਦਰ ਤਰ ਸਕਦਾ ਹੈ? ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਭਾਈ, ਗੁਰੂ ਦੀ ਸੇਵਾ ਕਰਕੇ, ਸਿਮਰਨ ਕਰਕੇ ਫਿਰ ਇਹ ਤੇਰਾ ਜੀਵਨ ਸਫਲਾ ਹੋ ਸਕਦਾ ਹੈ। ਤੇ ਸਤਿਗੁਰੂ ਜੀ, ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ ਹਰ ਇੱਕ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਪਾਤਸ਼ਾਹ ਕਹਿੰਦੇ, ਨਹੀਂ ਭਾਈ, ਜਿਹਦੇ ਪੂਰਬਲੇ ਚੰਗੇ ਭਾਗ ਨੇ, ਪੂਰੇ ਭਾਗ ਗੁਰ ਸੇਵਾ ਹੋਈ। ਪੂਰਬਲੇ ਚੰਗੇ ਕਰਮ ਨੇ, ਭਾਗ ਚੰਗੇ ਲਿਖਾ ਕੇ ਆਏ ਨੇ, ਜਿਸ ਕਰਕੇ ਇਹ ਗੁਰੂ ਦੀ ਸੇਵਾ ਤੈਨੂੰ ਪ੍ਰਾਪਤ ਹੋਈ ਹੈ। ਹੁਣ ਆਪਾਂ ਗੁਰੂ ਘਰ ਦੀ ਸੇਵਾ ਕਰਦੇ ਨੇ ਬਹੁਤ ਸਾਰੇ, ਜਿਨ੍ਹਾਂ ਉੱਤੇ ਬੜੀ ਕਿਰਪਾ, ਗੁਰੂ ਦੀ ਰਹਿਮਤ ਹੈ। ਇਹ ਸੇਵਾ ਤਾਂ ਹੋ ਰਹੀ ਹੈ, ਕੋਈ ਝਾੜੂ ਲਾ ਰਿਹਾ, ਕੋਈ ਪੋਚਾ ਲਾ ਰਿਹਾ, ਕੋਈ ਜੋੜੇ ਘਰ ਸੇਵਾ ਕਰਦਾ, ਕੋਈ ਲੰਗਰਾਂ ਵਿੱਚ ਸੇਵਾ ਕਰਦਾ ਹੈ। ਇਹ ਵੱਡੀ ਬਖਸ਼ਿਸ਼ ਹੈ। ਗੁਰੂ ਦੀ ਕਿਰਪਾ ਤੋਂ ਨਾ ਸੇਵਾ ਨਹੀਂ ਹੋ ਸਕਦੀ ਹੈ। ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਸੇਵਾ ਕਰਦਿਆਂ ਮਨੁੱਖ ਦੇ ਮਨ ਵਿੱਚ ਮਾਣ ਆ ਜਾਂਦਾ। ਸੇਵਾ ਤਾਂ ਨਿਮਰਤਾ ਸਿਖਾਉਂਦੀ ਹੈ। ਬਾਬੇ ਅਮਰਦਾਸ ਜੀ ਨੂੰ ਪੁੱਛੋ, ਕਿੰਨੀ ਨਿਮਰਤਾ। ਧੰਨ ਗੁਰੂ ਰਾਮਦਾਸ ਪਾਸ ਜੀਵਨ ਪੜ੍ਹੋ, ਕਿੰਨੀ ਨਿਮਰਤਾ। ਸੇਵਾ ਕੀਤੀ ਹੈ ਤੇ ਗੁਰੂ ਸਵਾਰੇ ਨਿਮਰਤਾ, ਸੇਵਾ ਸਿਖਾਉਂਦੀ ਨਿਮਰਤਾ। ਪਰ ਸਾਡੇ ਮਨ 'ਚ ਸੇਵਾ ਕਰਦੇ ਆ ਮਾਣ ਆ ਰਿਹਾ, ਇਹ ਕਾਰਨ ਕੀ ਹੈ? ਕੀ ਕਾਰਨ ਹੈ? ਕਿਉਂਕਿ ਗੁਰੂ ਘਰ ਦੇ ਵਿੱਚ ਸਤਿਗੁਰੂ ਨੇ ਸਾਨੂੰ ਦੋ ਚੀਜ਼ਾਂ ਦੇਣ, ਦੋ ਦਾਤਾਂ ਦੇਣਾ ਕੀਤੀਆਂ ਨੇ। ਸਤਿਗੁਰੂ ਕਹਿੰਦੇ, ਜਿਵੇਂ ਇੱਕ ਪੰਛੀ ਨੂੰ ਉਡਾਰੀ ਮਾਰਨ ਦੇ ਲਈ ਦੋ ਖੰਭਾਂ ਦੀ ਜ਼ਰੂਰਤ ਹੈ। ਇੱਕ ਖੰਭ ਪੰਛੀ ਦਾ ਖੁਆਰ ਹੋ ਜਾਵੇ ਨਾ, ਟੁੱਟ ਜਾਵੇ, ਖੁਆਰ ਹੋ ਜਾਵੇ, ਤੇ ਪੰਛੀ ਉਡਾਰੀ ਨਹੀਂ ਮਾਰ ਸਕਦਾ। ਉਸ ਪੰਛੀ ਨੂੰ ਫਿਰ ਕਾਂ, ਕੁੱਤੇ ਬਿੱਲੇ ਇਤਿਆਦਿ ਖਾ ਲੈਂਦੇ ਨੇ। ਤੇ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਉਡਾਰੀ ਮਾਰਨ ਵਾਸਤੇ, ਉਸ ਲੋਕ ਤੱਕ ਪਹੁੰਚਣ ਦੇ ਲਈ, ਤਰਨ ਦੇ ਲਈ ਸੇਵਾ ਤੇ ਦੂਜਾ ਸਿਮਰਨ, ਇਹ ਦੋ ਖੰਭ ਜੀਵ ਰੂਪੀ ਪੰਛੀ ਨੂੰ ਚਾਹੀਦੇ ਨੇ। ਇਹ ਦੋ ਖੰਭਾਂ ਤੋਂ ਬਿਨਾਂ ਜੀਵ ਉਡਾਰੀ ਨਹੀਂ ਮਾਰ ਸਕਦਾ। ਜੇ ਇੱਕ ਖੰਭ ਹੈ, ਇਕੱਲਾ ਸਿਮਰਨ ਹੈ, ਸੇਵਾ ਨਹੀਂ, ਸੇਵਾ ਹੈ ਸਿਮਰਨ ਨਹੀਂ, ਫਿਰ ਗੁਰੂ ਸਵਾਰੇ ਜਿਹੜੇ ਜਿਵੇਂ ਪ੍ਰਤੱਖ ਤੌਰ 'ਤੇ ਪੰਛੀ ਨੂੰ ਕੁੱਤੇ ਬਿੱਲੇ ਖਾਂਦੇ ਨੇ ਨਾ, ਤੇ ਜੀਵ ਨੂੰ ਫਿਰ ਕਾਮ, ਕ੍ਰੋਧ ਇਤਿਆਦਿਕ ਇਹ ਕੁੱਤੇ ਬਿੱਲੇ ਖਾ ਲੈਂਦੇ ਨੇ। ਇਹਨਾਂ ਵਿੱਚ ਗਲਤਾਨ ਹੋ ਜਾਂਦਾ, ਜਿਸ ਕਰਕੇ ਜੀਵ ਦੇ ਅੰਦਰ ਫਿਰ ਮਾਣ ਆਉਂਦਾ ਹੈ। ਤੇ ਸਤਿਗੁਰੂ ਕਹਿੰਦੇ ਨੇ, ਤੂੰ ਗੁਰੂ ਦੀ ਸੇਵਾ ਕਰ, ਇਹ ਸੰਸਾਰ ਸਮੁੰਦਰ ਤੋਂ ਤਰਨਾ ਹੈ। ਸੇਵਾ ਕਰਨ ਲਈ ਕੀ ਕਰਨਾ ਪਵੇਗਾ? ਸੇਵਾ ਮਿਲਦੀ ਕਿਵੇਂ ਹੈ? ਕਹਿੰਦੇ, ਜਿਹਦੇ ਪੂਰਬਲੇ ਚੰਗੇ ਭਾਗ ਹਨ, ਜਿਨ੍ਹਾਂ ਉੱਤੇ ਮਾਲਕ ਵਾਹਿਗੁਰੂ ਦੀ ਬਖਸ਼ਿਸ਼ ਹੈ, ਉਹ ਫਿਰ ਪੂਰਬਲੇ ਚੰਗੇ ਕਰਮਾਂ ਕਰਕੇ ਉਹਨਾਂ ਨੂੰ ਗੁਰ ਸੇਵਾ ਹੋਈ, ਗੁਰੂ ਦੀ ਸੇਵਾ ਨੂੰ ਪ੍ਰਾਪਤ ਹੁੰਦੀ ਹੈ। ਨਦਰ ਕਰੇ ਤਾਂ ਸੇਵੇ ਕੋਈ। ਜੇ ਵਾਹਿਗੁਰੂ ਨਦਰ ਕਰ ਦਵੇ ਨਾ, ਕਿਰਪਾ ਕਰੇ, ਫਿਰ ਹੀ ਕਹਿੰਦੇ ਉਸ ਮਾਲਕ ਦਾ ਸਿਮਰਨ ਹੁੰਦਾ ਹੈ, ਉਹਨੂੰ ਚੇਤੇ ਕੀਤਾ ਜਾਂਦਾ ਹੈ। ਜਮ ਕਾਲ ਤਿਸ ਨੇੜ ਨ ਆਵੈ, ਮਹਿਲ ਸੱਚਾ ਸੁਖ ਪਾਏਂਦਾ। ਪਹਿਲੀ ਪੰਕਤੀ 'ਚ ਪਾਤਸ਼ਾਹ ਨੇ ਮਨਮੁੱਖਾਂ ਜੀਵਾਂ ਦੀ ਗੱਲ ਕੀਤੀ ਹੈ। ਹੁਣ ਉਹਨਾਂ ਗੁਰਮੁੱਖਾਂ ਦੀ ਗੱਲ ਕੀਤੀ ਹੈ, ਜਿਹੜੇ ਗੁਰਮੁਖ ਜਨ ਨਾਮ ਜਪਦੇ ਨੇ, ਸੇਵਾ ਕਰਦੇ ਹਨ, ਗੁਰੂ ਦੇ ਰਜਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ। ਤੇ ਪਾਤਸ਼ਾਹ ਜੀ ਬਚਨ ਕਰਦੇ ਹਨ, ਕਹਿੰਦੇ ਫਿਰ ਉਹਨਾਂ ਜੀਵਾਂ ਦੇ ਜਿਹੜਾ ਜਮਕਾਲ ਹੈ ਨਾ, ਜਮਕਾਲ ਉਹ ਨੇੜੇ ਨਹੀਂ ਆਉਂਦਾ। ਜਮਕਾਲ, ਜਮਦੂਤ ਨੇੜੇ ਨਹੀਂ ਆਉਂਦੇ। ਕਿਉਂਕਿ ਕਾਰਨ ਕੀ ਹੈ? ਮਹਿਲ ਪਾਏ, ਮਹਿਲ ਸੱਚਾ ਸੁਖ ਪਾਏਂਦਾ। ਉਸ ਮਾਲਕ ਦੇ ਗੁਣ ਗਾਇਨ ਕਰਕੇ ਮਹਿਲ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ।
ਇਸ ਤਰ੍ਹਾਂ ਸਦੀਵੀ ਕਾਲ ਦਾ ਸੁੱਖ ਉਹ ਜੀਵ ਪ੍ਰਾਪਤ ਕਰ ਲੈਂਦੇ ਨੇ, ਜਿਹੜਾ ਉਹ ਸੁੱਖ ਕਦੇ ਭੰਗ ਨਹੀਂ ਹੁੰਦਾ। ਦੁਨਿਆਵੀ ਜਿਹੜੇ ਸੁੱਖ ਨੇ, ਕੁਟੰਬ ਵੱਧ ਗਿਆ, ਵਧੀ ਵੇੜ ਬਹੁ ਪੀੜ੍ਹੀ ਚਾਲੀ, ਪੀੜ੍ਹੀ ਦਰ ਪੀੜ੍ਹੀ ਅੱਗੇ ਬੱਚੇ ਹੋ ਗਏ, ਕੁਟੰਬ ਵੱਡਾ ਪਰਿਵਾਰ ਹੋ ਗਿਆ। ਅਤੇ ਪਰਿਵਾਰ ਵਧਣਾ ਇਹ ਗੁਰੂ ਦੀ ਕਿਰਪਾ ਨਾਲ ਵੱਧਦਾ। ਫਿਰ ਜਦੋਂ ਪਰਿਵਾਰ ਵੱਧ ਗਿਆ, ਮੋਹ ਵਿੱਚ ਐਸਾ ਗਲਤਾਨ ਹੋ ਗਿਆ ਕਿ ਆਪਣੇ ਆਪ ਦੀ ਸੋਝੀ ਨਹੀਂ ਰਹੀ ਕਿ ਮੈਂ ਕਾਹਦੇ ਲਈ ਆਇਆ ਸੰਸਾਰ ਵਿੱਚ। ਸੁੱਖ ਜੀਵ ਨੂੰ ਪ੍ਰਾਪਤ ਹੁੰਦਾ ਹੈ। ਪੋਤਰਿਆਂ ਵਾਲਾ ਬਣ ਗਿਆ, ਦੋਤਰਿਆਂ ਵਾਲਾ ਬਣ ਗਿਆ, ਪਰਿਵਾਰ ਵੱਧ ਗਿਆ, ਇਹ ਖੁਸ਼ੀ ਹੈ ਜੀਵ ਨੂੰ। ਕਾਰੋਬਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਗਿਆ, ਇਹ ਖੁਸ਼ੀ ਹੈ। ਪਰ ਗੁਰੂ ਸਵਾਰਿਓ, ਕਈ ਵਾਰੀ ਐਸਾ ਹੁੰਦਾ ਹੈ ਕਿ ਪਰਿਵਾਰ ਦਾ ਜੀ ਕੋਈ ਚਲਿਆ ਜਾਵੇ ਜਾਂ ਕੋਈ ਘਟਨਾ ਵਾਪਰ ਜਾਵੇ, ਅਣਸੁਖਾਵੀ ਘਟਨਾ, ਕਈ ਵਾਰੀ ਕਾਰੋਬਾਰ ਠੱਪ ਹੋ ਗਿਆ, ਫਿਰ ਜੀਵ ਖੁਸ਼ੀ ਜਿਹੜੀ ਹੈ ਉਹ ਦੁੱਖ ਵਿੱਚ ਤਬਦੀਲ ਹੋ ਜਾਂਦੀ ਹੈ। ਸੁੱਖ ਸੀ, ਸੁੱਖ ਦੁੱਖ ਵਿੱਚ ਚਲਿਆ ਗਿਆ, ਦੁੱਖ ਤੋਂ ਬਾਅਦ ਸੁੱਖ ਆਉਂਦਾ, ਫਿਰ ਦੁੱਖ ਆਉਂਦਾ, ਸੁੱਖ ਆਉਂਦਾ, ਇਸ ਤਰ੍ਹਾਂ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਬੰਦਗੀ ਕੀਤੀ ਹੈ ਨਾ, ਉਹਨਾਂ ਨੂੰ ਫਿਰ ਸਦੀਵੀ ਕਾਲ ਦਾ ਸੁੱਖ ਪ੍ਰਾਪਤ ਹੁੰਦਾ ਹੈ। ਚਾਹੇ ਬਾਬਾ ਬੰਦਾ ਸਿੰਘ ਬਹਾਦਰ ਵਾਂਗ, ਜਿਨ੍ਹਾਂ ਦੇ ਸਾਹਮਣੇ 4 ਸਾਲ ਦਾ ਪੁੱਤਰ ਸੀ ਬਾਬਾ ਅਜੇ ਸਿੰਘ ਸ਼ਹੀਦ, ਸਾਹਮਣੇ ਕਲੇਜਾ ਕੱਢ ਕੇ, ਦਿਲ ਕੱਢ ਕੇ ਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ 'ਚ ਤੁੰਨ ਦਿੱਤਾ ਗਿਆ ਕਿ ਉਸ ਆਨੰਦ ਨੂੰ, ਉਸ ਸੁੱਖ ਨੂੰ ਖਤਮ ਕਰ ਸਕੇ। ਉਹ ਜਿਹੜੇ ਜਰਵਾਣੇ ਸਨ, ਜਿਹੜਾ ਸੁੱਖ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਕਰਕੇ ਹੋਇਆ, ਉਹ ਸੁੱਖ ਨਹੀਂ ਭੰਗ ਹੋਇਆ। ਕਿੰਨੇ ਅਸਹਿ ਤਸੀਹੇ ਦਿੱਤੇ ਗਏ ਜ਼ਾਲਮਾਂ ਵੱਲੋਂ, ਅੱਖ ਕੱਢੀ ਗਈ, ਲੱਤਾਂ ਕੱਟੀਆਂ ਗਈਆਂ, ਅੰਗ ਕੱਟੇ ਗਏ, ਪਰ ਗੁਰੂ ਸਾਹਿਬ ਅਡੋਲ ਬੈਠੇ ਰਹੇ। ਕਾਰਨ ਕਿ ਸਰੀਰ ਉੱਤੇ ਕਸ਼ਟ ਆਇਆ, ਦੁੱਖ ਆਇਆ, ਇਸ ਦੁੱਖ ਵੇਲੇ ਉਹ ਘਬਰਾਉਂਦੇ ਨਹੀਂ, ਅਤੇ ਉਹ ਹਰ ਸਮੇਂ ਇੱਕ ਸਾਂ ਬਿਰਤੀ ਵਿੱਚ ਰਹਿਣ ਵਾਲੇ ਨੇ। ਅਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ, ਕਹਿੰਦੇ ਉਹਨਾਂ ਦੇ ਨੇੜੇ ਜਮਕਾਲ ਨਹੀਂ ਆਉਂਦਾ, ਫਿਰ ਉਹਨਾਂ ਨੂੰ ਲੈਣ ਵਾਸਤੇ ਪਰਮੇਸ਼ਰ ਦੇ ਭੇਜੇ ਹੋਏ ਫਰਿਸ਼ਤੇ ਆਉਂਦੇ ਨੇ, ਅਤੇ ਇਸ ਤਰ੍ਹਾਂ ਮਹਿਲ ਸਰੂਪ ਸੱਚੇ ਪਰਮੇਸ਼ਰ ਨੂੰ ਉਹ ਪ੍ਰਾਪਤ ਕਰ ਲੈਂਦੇ ਹਨ। ਜ਼ਿੰਦਗੀ ਦਾ ਸਦੀਵੀ ਕਾਲ ਦਾ ਸੁੱਖ ਪਾਇੰਦਾ ਉਹ ਸੁੱਖ ਪ੍ਰਾਪਤ ਕਰ ਲੈਂਦੇ ਹਨ। 3 ਸੁੱਖ ਪਾਇਆ ਜੋ ਤੁਧ ਭਾਏ, ਪੂਰੈ ਭਾਗ ਗੁਰ ਸੇਵਾ ਲਾਏ। ਫਿਰ ਅਗਲਾ ਸਵਾਲ ਪਾਚਨ ਕਰਤਾ, ਸਤਿਗੁਰੂ ਕਹਿੰਦੇ ਸੁੱਖ ਉਹ ਪ੍ਰਾਪਤ ਕਰਦੇ ਨੇ ਜਿਹੜੇ ਉਸ ਮਾਲਕ ਦੀ ਰਜ਼ਾ ਵਿੱਚ ਰਹਿੰਦੇ ਨੇ, ਉਹਨਾਂ ਦੇ ਨੇੜੇ ਜੰਮ ਨਹੀਂ ਆਉਂਦਾ। ਅਤੇ ਸਤਿਗੁਰੂ ਜੀ ਫਿਰ ਸੁੱਖ ਨਸੀਬ ਕਿਹਨੂੰ ਹੁੰਦਾ ਹੈ, ਕਿਹੜੇ ਜੀਵ ਨੇ? ਪਾਤਸ਼ਾਹ ਕਹਿੰਦੇ ਜਿਹੜੇ ਜੋ ਤੁਧ ਭਾਏ, ਜਿਹੜੇ ਤੈਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਉਹਨਾਂ ਨੂੰ ਹੀ ਫਿਰ ਸੁੱਖ ਪ੍ਰਾਪਤ ਹੁੰਦਾ ਹੈ। ਉਹ ਫਿਰ ਉਸ ਮਾਲਕ ਦੇ ਗੁਣ ਗਾਇਨ ਕਰਦੇ ਨੇ, ਉਹਦੇ ਵਿੱਚ ਹੀ ਭੇਦ ਹੋਏ ਲੀਨ ਹੋ ਜਾਂਦੇ ਹਨ। ਜਿਹੜੇ ਤੈਨੂੰ ਭਾਉਂਦੇ ਚੰਗੇ ਲੱਗਦੇ ਨੇ ਨਾ, ਉਹਨਾਂ ਦੇ ਪੂਰਵਲੇ ਚੰਗੇ ਭਾਗ ਜਾਗੇ ਹੁੰਦੇ ਨੇ, ਉਹਨਾਂ ਉੱਤੇ ਬਖਸ਼ਿਸ਼ ਕਰਕੇ ਤੂੰ ਉਹਨਾਂ ਨੂੰ ਗੁਰ ਸੇਵਾ ਲਾਏ, ਗੁਰੂ ਦੀ ਸੇਵਾ ਵਿੱਚ ਲਾ ਦਿੰਦਾ ਹੈ। ਉਹ ਫਿਰ ਹਰ ਸਮੇਂ ਹੱਥਾਂ ਨਾਲ ਗੁਰੂ ਦੀ ਟਹਿਲ ਸੇਵਾ ਕਰਦੇ ਨੇ, ਅਤੇ ਮੁੱਖ ਦੇ ਰਾਹੀਂ ਗੁਰੂ ਸਵਾਰਿਓ ਉਹ ਪਰਮਾਤਮਾ ਦਾ ਨਾਮ ਜਪਦੇ ਨੇ। ਕਦੇ ਵੀ ਆਪਣੇ ਸਮੇਂ ਨੂੰ ਅਜਾਈ ਨਹੀਂ ਗੁਆਉਂਦੇ, ਉਹ ਸਾਸ ਗਰਾਸ ਦੁਆਰਾ ਜਪਦੇ ਨੇ, ਆਪਣੇ ਗੁਰੂ ਨੂੰ ਚੇਤੇ ਕਰਦੇ, ਪਰਮੇਸ਼ਰ ਨੂੰ ਚੇਤੇ ਕਰਦੇ ਹਨ। ਇਸ ਤਰ੍ਹਾਂ ਉਸ ਮਾਲਕ ਦਾ ਸਿਮਰਨ ਕਰਦੇ ਹਨ। ਤੇਰਾ ਹੱਥ ਹੈ ਸਭ ਵਡਿਆਈ, ਜਿਸ ਦੇਵ ਹੈ ਸੋ ਪਾਏਂਦਾ। ਹੁਣ ਸਤਿਗੁਰੂ ਮਹਾਰਾਜ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਕਹਿੰਦੇ ਹੇ ਪਰਮੇਸ਼ਰ, ਸਾਰੀਆਂ ਵਡਿਆਈਆਂ ਤੇਰੇ ਹੱਥ ਦੇ ਵਿੱਚ ਹੈ। ਤੇਰੇ ਹੱਥ ਵਿੱਚ ਵਡਿਆਈਆਂ ਨੇ, ਜਿਸ ਦੇਵ ਹੈ ਸੋ ਪਾਏਂਦਾ।
ਜਿਹਨੂੰ ਤੂੰ ਦਿੰਦਾ ਨਾ ਉਹ ਪ੍ਰਾਪਤ ਕਰ ਲੈਂਦਾ। ਹੁਣ ਗੁਰਬਾਣੀ ਦੇ ਵਿੱਚ ਆਪਾਂ ਸਤਿਗੁਰੂ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਇੱਕ ਸ਼ਬਦ ਆਉਂਦਾ ਹੈ ਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ। ਇੱਕ ਸ਼ਬਦ ਆਉਂਦਾ ਦੱਖਣੀ ਓੰਕਾਰ ਦੇ ਵਿੱਚ ਕਿ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਕਿ ਪਰਮਾਤਮਾ ਪ੍ਰੀਤਮ ਵੀ ਪਰਮਾਤਮਾ ਦਾ ਨਾਮ ਹੈ, ਪ੍ਰਾਣਾ ਤੋਂ ਪਿਆਰਾ ਪ੍ਰੀਤਮ ਸਾਹਿਬ ਮਾਲਕ ਹੈ। ਅਤੇ ਜਿਹੜੇ ਉਹਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਉਹਨਾਂ ਨੂੰ ਫਿਰ ਇਹ ਵਡਿਆਈ ਮਾਣ ਸਨਮਾਨ ਦਿੰਦਾ, ਉਹਨਾਂ ਪਾਸੋਂ ਮਾਲਕ ਨਾਮ ਜਪਾਉਂਦਾ ਹੈ। ਅਤੇ ਇੱਥੇ ਹੀ ਪਾਤਸ਼ਾਹ ਇਹੀ ਬਚਨ ਕਰਦੇ ਹਨ ਕਿ ਤੇਰਾ ਹੱਥ ਸਭ ਵਡਿਆਈ, ਸਾਰੀ ਵਡਿਆਈ ਪਰਮਾਤਮਾ ਤੇਰੇ ਹੱਥ ਵਿੱਚ ਹੈ। ਚਾਰ ਬੰਦੇ ਮਨੁੱਖ ਦੀ ਸਿਫਤ ਸਲਾਹ ਕਰੇ, ਵਡਿਆਈ ਦੇਣ, ਸਨਮਾਨ ਦੇਣ, ਅਤੇ ਉਦੋਂ ਮਨੁੱਖ ਕਦੇ ਵੀ ਮਨ 'ਚ ਇਹ ਮਾਣ ਨਹੀਂ ਕਰਨਾ ਕਿ ਮੈਨੂੰ ਬੰਦੇ ਸਲਾਹੁੰਦੇ ਨੇ, ਮੇਰੀ ਸਿਫਤ ਸਲਾਹ ਕਰਦੇ ਨੇ। ਇਹ ਜੋ ਮਾਣ ਸਨਮਾਨ ਮਿਲ ਰਿਹਾ, ਵਡਿਆਈ ਮਿਲ ਰਹੀ ਹੈ, ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲ ਰਹੀ ਹੈ, ਗੁਰੂ ਦੀ ਕਿਰਪਾ ਨਾਲ ਮਿਲ ਰਹੀ ਹੈ। ਜਿਹਨੂੰ ਤੂੰ ਦਿੰਦਾ ਹੈ ਸੋ ਪਾਏਂਦਾ, ਉਹ ਵਾਹਿਗੁਰੂ ਪ੍ਰਾਪਤ ਕਰ ਲੈਂਦਾ ਹੈ। ਅੰਦਰ ਪਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ। ਅੰਦਰ ਪ੍ਰਗਾਸ, ਹੁਣ ਸਾਡਾ ਜਿਹੜਾ ਅੰਤःਕਰਨ ਹੈ, ਅੰਤःਕਰਨ ਵਿੱਚ ਘੁੱਪ ਹਨੇਰਾ ਹੈ। ਹਨੇਰਾ ਕਿਹੜਾ? ਅਗਿਆਨਤਾ ਦਾ ਹਨੇਰਾ। ਅਗਿਆਨਤਾ ਦਾ ਹਨੇਰਾ ਐਸਾ ਘਰ 'ਚ ਕਰ ਚੁੱਕਾ ਹੈ ਕਿ ਜਿਸ ਕਰਕੇ ਅਗਿਆਨੀ ਜੀਵ ਨੂੰ ਸਤਿਗੁਰਾਂ ਦੀ ਬਾਣੀ ਚੰਗੀ ਨਹੀਂ ਲੱਗਦੀ, ਸਤ ਸੰਗਤ ਚੰਗੀ ਨਹੀਂ ਲੱਗਦੀ ਹੈ। ਅਗਿਆਨੀ ਜੀਵ ਕਦੇ ਗੁਰੂ ਘਰ ਚੱਲ ਕੇ ਨਹੀਂ ਆਉਂਦਾ ਹੈ, ਸਤ ਸੰਗਤ ਦਾ ਆਨੰਦ ਨਹੀਂ ਮਾਣਦਾ। ਅਤੇ ਇਸ ਹਨੇਰੇ ਨੂੰ ਦੂਰ ਕਰਨ ਦੇ ਲਈ, ਜਿਵੇਂ ਇੱਕ ਕਮਰਾ ਮਾਨੋ 50 ਸਾਲ ਤੋਂ ਬੰਦ ਪਿਆ, ਦਰਵਾਜ਼ੇ ਬੰਦ ਨੇ, ਲਾਈਟ ਉਹਦੇ 'ਚ ਨਹੀਂ ਹੈ, ਘੁੱਪ ਹਨੇਰਾ, ਰੋਸ਼ਨਦਾਨ ਵੀ ਬੰਦ ਨੇ, ਨਾ ਰੋਸ਼ਨਦਾਨ ਹੈ, ਨਾ ਖਿੜਕੀ ਹੈ, ਕੁਝ ਵੀ ਨਹੀਂ ਹੈ। ਅਤੇ ਉਸ ਕਮਰੇ ਵਿੱਚ ਘੁੱਪ ਹਨੇਰਾ ਹੀ ਹਨੇਰਾ ਹੈ। ਅਤੇ ਉਸ ਹਨੇਰੇ ਨੂੰ ਬਾਹਰ ਕਿਵੇਂ ਕੱਢਿਆ ਜਾਣਾ? ਹਨੇਰੇ ਨੂੰ ਬਾਹਰ ਕੱਢਣ ਦੇ ਲਈ ਆਪਾਂ ਦੀਵਾ ਜਗਾ ਦਿੱਤਾ, ਲਾਈਟ ਲਾਈ ਅੰਦਰ, ਅਤੇ 50 ਸਾਲਾਂ ਦਾ ਹਨੇਰਾ 1 ਸੈਕਿੰਡ ਵਿੱਚ ਸਾਰਾ ਖਤਮ ਹੋ ਜਾਣਾ। 1 ਸੈਕਿੰਡ 'ਚ ਖਤਮ ਹੋਇਆ। ਅਤੇ ਉਸ ਕਮਰੇ ਵਿੱਚ ਸਾਨੂੰ ਜੋ ਉੱਥੋਂ ਅੰਦਰ ਪਦਾਰਥ ਪਏ ਨੇ, ਜੋ ਕੁਝ ਵੀ ਸਾਜੋ ਸਮਾਨ ਪਿਆ ਹੋਇਆ ਹੈ, ਉਹ ਸਾਰਾ ਦਿਖਾਈ ਦੇਣ ਲੱਗ ਪਵੇਗਾ ਕਿ ਫਲਾਣੀ ਥਾਂ 'ਤੇ ਆਹ ਪਿਆ, ਫਲਾਣੀ ਥਾਂ 'ਤੇ ਆਹ ਪਿਆ ਹੋਇਆ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ, ਇਹ ਪਤਾ ਨਹੀਂ ਕਿੰਨੇ ਜਨਮਾਂ ਦਾ ਹੈ, ਜਿਹੜਾ ਅੰਦਰ ਘਰ ਕਰਕੇ ਬੈਠਾ ਹੋਇਆ ਹੈ। ਇਸ ਹਨੇਰੇ ਨੂੰ ਜਿਵੇਂ ਲਾਈਟ ਲਾਉਣ ਦੇ ਨਾਲ ਹਨੇਰਾ ਚਲਿਆ ਗਿਆ ਸਾਰਾ, ਇਸੇ ਤਰ੍ਹਾਂ ਇਸ ਹਨੇਰੇ ਨੂੰ ਦੂਰ ਕਰਨ ਦੇ ਲਈ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਸਾਨੂੰ ਆਪਣੇ ਅੰਤःਕਰਨ ਦੇ ਵਿੱਚ ਨਾਮ ਰੂਪੀ ਦੀਵਾ ਜਗਾਉਣਾ ਪਵੇਗਾ, ਗਿਆਨ ਦਾ ਦੀਵਾ ਜਗਾਉਣਾ ਪਵੇਗਾ। ਜਦੋਂ ਗਿਆਨ ਦਾ ਦੀਵਾ ਜਾਗਿਆ ਅਤੇ ਅਗਿਆਨਤਾ ਰੂਪੀ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਣਾ ਹੈ। ਅਤੇ ਦੀਵਾ ਜਗਣਾ ਕਿਵੇਂ? ਦੀਵੇ ਨੂੰ ਜਗਾਉਣ ਦੇ ਲਈ ਪੁਰਾਤਨ ਸਮਿਆਂ ਦੇ ਵਿੱਚ ਘਰਾਂ ਵਿੱਚ ਲੋਕ ਦੀਵੇ, ਜਗ੍ਹਾ ਲਾਈਟ ਨਹੀਂ ਹੁੰਦੀ ਸੀ, ਦੀਵਿਆਂ ਨਾਲ ਰੋਸ਼ਨੀ ਕੀਤੀ ਜਾਂਦੀ ਸੀ। ਮਿੱਟੀ ਦੇ ਦੀਵੇ ਲੈ ਲੈਣੇ ਅਤੇ ਉਹਦੇ 'ਚ ਤੇਲ ਪਾਉਣਾ, ਬੱਤੀ ਲਾਉਣੀ ਅਤੇ ਚਾਨਣ ਹੋਣਾ। ਜਦੋਂ ਗੁਰੂ ਸਵਾਰਿਓ ਬੱਤੀ, ਜਦੋਂ ਤੱਕ ਤੇਲ ਹੈ ਵਿੱਚ, ਉਦੋਂ ਤੱਕ ਤਾਂ ਬੱਤੀ ਜਗਦੀ ਰਹਿੰਦੀ ਹੈ, ਪਰ ਜੋ ਤੇਲ ਮੁੱਕ ਗਿਆ ਅਤੇ ਬੱਤੀ ਸਮਾਪਤ ਹੋ ਜਾਂਦੀ ਹੈ, ਲਾਈਟ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਅੰਦਰ ਪਰਮਾਤਮਾ ਨੇ ਸਵਾਸਾਂ ਰੂਪੀ ਤੇਲ ਪਾ ਦਿੱਤਾ। ਜੀਵਨ ਇੱਕ ਬੱਤੀ ਦੀ ਨਿਆਈ ਹੈ, ਜਗ ਰਹੀ ਹੈ। ਜੀਵਨ ਕੀ ਹੈ? ਇੱਕ ਬੱਤੀ ਦੀ ਨਿਆਈ। ਜਦੋਂ ਤੱਕ ਸਾਡੇ ਸਾਹ ਚੱਲ ਰਹੇ ਨੇ, ਸਵਾਸਾਂ ਰੂਪੀ ਤੇਲ ਹੈ, ਦੀਵਾ ਜਗਦਾ ਹੈ। ਜਦੋਂ ਗੁਰੂ ਸਾਹ ਖਤਮ ਹੋ ਗਏ,
ਫਿਰ ਸੂਨਾ ਮੰਦਰ ਹੋਈ, ਇਹੋ ਜੀ ਹਾਲਤ ਬਣ ਜਾਵੇਗੀ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਐ ਜੀਵ ਤੂੰ ਆਪਣੇ ਅੰਦਰ ਗਿਆਨ ਦਾ ਦੀਵਾ ਜਗਾਣਾ ਕਰ। ਅੰਦਰ ਤੇਰੇ ਪ੍ਰਗਾਸ ਹੋ ਸਕਦਾ, ਕਿਵੇਂ ਹੋਣਾ? ਗੁਰੂ ਤੇ ਜਦ ਗੁਰੂ ਕਿਰਪਾ ਕਰ ਦੇਵੇ ਨਾ, ਫਿਰ ਤੇਰੇ ਅੰਦਰ ਪ੍ਰਕਾਸ਼ ਹੋਵੇਗਾ। ਨਾਮ ਪਦਾਰਥ ਮਨ ਵਸਾਏ, ਜਿਹੜਾ ਨਾਮ ਰੂਪੀ ਪਦਾਰਥ ਹੈ ਨਾ, ਇਹ ਤੇਰੇ ਮਨ ਵਿੱਚ ਗੁਰੂ ਨੇ ਕਿਰਪਾ ਕਰਕੇ ਵਸਾ ਦੇਣਾ ਹੈ। ਗਿਆਨ ਰਤਨ ਸਦਾ ਘਟ ਚਾਨਣ, ਅਗਿਆਨ ਅੰਧੇਰ ਗਵਾਏਂਦਾ। ਕਹਿੰਦੇ ਫਿਰ ਤੈਨੂੰ ਗਿਆਨ ਰੂਪੀ ਰਤਨ ਗੁਰੂ ਪਾਸੋਂ ਪ੍ਰਾਪਤ ਹੋਵੇਗਾ, ਜਿਹਦੇ ਰਾਹੀਂ ਤੇਰੇ ਘਟ ਹਿਰਦੇ ਵਿੱਚ ਸਦਾ ਘਟ ਚਾਨਣ, ਸਦੀਵੀ ਕਾਲ ਲਈ ਕਹਿੰਦੇ ਚਾਨਣ ਦਾ ਮੁਨਾਰਾ ਹੋ ਜਾਵੇਗਾ। ਜਿਸ ਕਰਕੇ ਜਦੋਂ ਚਾਨਣ ਹੋ ਗਿਆ ਉਦੋਂ ਅਗਿਆਨ ਅੰਧੇਰ ਗਵਾਏਂਦਾ। ਅਗਿਆਨਤਾ ਰੂਪੀ ਹਨੇਰਾ ਜਿਹੜਾ ਹੈ ਇਹ ਗਵਾਏਂਦਾ, ਆਪਣੇ ਆਪ ਹੀ ਦੂਰ ਹੋ ਜਾਣਾ, ਖਤਮ ਹੋ ਜਾਵੇਗਾ। ਕਿਉਂਕਿ ਦੀਵੇ ਦੇ ਅੱਗੇ ਹਨੇਰਾ ਨਹੀਂ ਟਿਕ ਸਕਦਾ, ਲਾਈਟ ਦੇ ਅੱਗੇ ਹਨੇਰਾ ਨਹੀਂ ਟਿਕ ਸਕਦਾ, ਗਿਆਨ ਦੇ ਅੱਗੇ ਅਗਿਆਨਤਾ ਜਿਹੜੀ ਹੈ ਇਹ ਟਿਕ ਨਹੀਂ ਸਕਦੀ ਹੈ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 12 ਪਦਿਆਂ ਤੱਕ ਸਤਿਗੁਰੂ ਨੇ ਵਿਚਾਰ ਕਰਵਾਈ ਹੈ।